ਅਸੀਂ ਕਿਸੇ ਪਸ਼ੂ ਦੇ ਮੌਤ ਨੂੰ ਤਾਂ ਸਤਿਕਾਰ ਕਰ ਰਹੇ ਹਾਂ, ਪਰ ਜਿੱਥੇ ਗਰੀਬ ਦੀ ਗੱਲ ਆਉਂਦੀ ਆ, ਨੀਵੀਆਂ ਜਾਤਾਂ ਵਾਲਿਆਂ ਦੀ ਗੱਲ ਆਉਂਦੀ ਆ, ਉੱਥੇ ਅਸੀਂ ਉਹਨਾਂ ਦੇ ਪਰਛਾਵੇਂ ਤੋਂ ਵੀ ਭੱਜਦੇ ਹਾਂ। ਔਰ ਇੰਜ ਜਾਪਦਾ ਵੀ ਇਹ ਵਿਚਾਰਧਾਰਾ ਕਿਤੇ ਨਾ ਕਿਤੇ ਗੁਰੂ ਨਾਨਕ ਦੀ ਵਿਚਾਰਧਾਰਾ ਦਾ ਅੰਸ਼ ਜ਼ਰੂਰ ਹੈ, ਕਿਉਂਕਿ ਸਭ ਤੋਂ ਪਹਿਲਾਂ ਵਰਨ ਵੰਡ ਦੇ ਖਿਲਾਫ ਜਿਹੜੀ ਆਵਾਜ਼ ਭਗਤ ਜਨਾਂ ਨੇ ਗੁਰੂ ਨਾਨਕ ਸਾਹਿਬ ਨੇ ਉਠਾਈ। ਜਿਵੇਂ ਗੱਲ ਕਰੀਏ ਵੀ ਹੁਣ ਬਹੁਤ ਜ਼ਿਆਦਾ ਤਰਾਸਦੀ ਆ ਲੋਕਾਂ ਤੇ, ਪੰਜਾਬ ਤੇ ਵੀ ਆ, ਭਾਰਤ ਤੇ ਵੀ ਆ, ਦੁਨੀਆ ਭਰ ਦੇ ਲੋਕਾਂ ਤੇ ਆ, ਕਾਰੋਬਾਰ ਠੱਪ ਪਏ ਨੇ। ਅਜਿਹੇ ਹਾਲਾਤਾਂ ਦੇ ਵਿੱਚ ਅਜਿਹਾ ਗੀਤ ਕੱਢ ਕੇ ਰਣਜੀਤ ਬਾਵਾ ਨੇ ਤੁਹਾਨੂੰ ਲੱਗਦਾ ਗਲਤ ਕੀਤਾ? ਇਹ ਸਵਾਲ ਕੇਵਲ ਇਸ ਗੀਤਕਾਰ ਤੇ ਕਿਉਂ ਹੋਵੇ? ਉੱਥੇ ਸਵਾਲ ਪ੍ਰਸ਼ਾਸਨ ਨੂੰ ਜਾਂ ਦੂਜੇ ਲੋਕਾਂ ਨੂੰ ਵੀ ਉੱਠਦਾ ਹੈ। ਸਿੱਖਾਂ ਨੂੰ ਚੜਾਉਣ ਵਾਸਤੇ ਜਾਣ ਬੁੱਝ ਕੇ ਉਸ ਪੁਲਿਸ ਦੇ ਟੈਗ ਲਾਏ ਗਏ ਕਿ ਮੈਂ ਵੀ ਹਰਜੀਤ ਸਿੰਘ। ਸੱਚ ਵੀ ਕਦੋਂ ਕਹਿਣਾ, ਇਹ ਵੀ ਜ਼ਰੂਰ ਸਾਨੂੰ ਗੁਰੂ ਨਾਨਕ ਸਾਹਿਬ ਤੋਂ ਸਿੱਖਣਾ ਚਾਹੀਦਾ। ਕਈ ਗੀਤਕਾਰ ਇੱਥੇ ਐਸੇ ਵੀ ਮਿਲਦੇ ਨੇ ਜਿਹੜੇ ਆਪਣੇ ਗੀਤਾਂ ਦੇ ਵਿੱਚ ਲੋਕਾਂ ਦੀਆਂ ਧੀਆਂ ਭੈਣਾਂ ਦੇ ਅੰਗਾਂ ਦਾ ਜ਼ਿਕਰ ਕਰਦੇ ਨੇ। ਇੱਥੇ ਲੱਚਰਤਾ ਪ੍ਰਮੋਟ ਕੀਤੀ ਜਾਂਦੀ ਹੈ, ਇੱਥੇ ਗੁੰਡਾਗਰਦੀ ਪ੍ਰਮੋਟ ਕੀਤੀ ਜਾਂਦੀ ਹੈ। ਜਦੋਂ ਕੋਈ ਇਹੋ ਜਿਹੇ ਗੀਤ ਗਾਵੇ, ਸਾਡੇ ਪ੍ਰਸ਼ਾਸਨ ਨੂੰ, ਸਾਡੇ ਕਾਨੂੰਨ ਨੂੰ, ਸਾਡੇ ਲੋਕਾਂ ਨੂੰ ਉਹ ਚੀਜ਼ ਸਮਾਜ ਦਾ ਨੁਕਸਾਨ ਨਹੀਂ ਲੱਗਦਾ, ਪਰ ਜੇ ਕੋਈ ਸੱਚ ਦੀ ਗੱਲ ਕਹਿ ਦਵੇ ਉਹ ਚੀਜ਼ ਸਮਾਜ ਦਾ ਨੁਕਸਾਨ ਲੱਗਦਾ। ਪਰਚੇ ਉਹਨਾਂ ਤੇ ਵੀ ਹੋ ਸਕਦੇ ਸੀ ਜਿਹੜੇ ਲੱਚਰਤਾ ਦੀ ਗੱਲ ਫੈਲਾਉਂਦੇ ਨੇ ਤੇ ਹਥਿਆਰਾਂ ਨੂੰ ਪ੍ਰਮੋਟ ਕਰਦੇ ਨੇ। ਸਿੱਖ ਧਰਮ ਦੀ ਗੱਲ ਕਰੀਏ, ਉਹਨਾਂ ਦੇ ਵੀ ਇਹਦੇ ਵਿੱਚ ਬਹੁਤ ਤਰ੍ਹਾਂ ਦੀਆਂ ਇਹੋ ਜਿਹੀਆਂ ਗੱਲਾਂ ਕੀਤੀਆਂ ਗਈਆਂ। ਤੁਹਾਨੂੰ ਨਹੀਂ ਲੱਗਦਾ ਵੀ ਹੋਰ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੋਵੇ? ਕੀ ਸਾਡੀ ਭਾਵਨਾ ਤੇ ਸੱਟ ਵੱਜ ਰਹੀ ਹੈ ਕਿ ਸਾਡੀ ਈਗੋ ਤੇ ਸੱਟ ਵੱਜ ਰਹੀ ਹੈ? ਉਸ ਬੰਦੇ ਨੇ ਸਵਾਲ ਉਹਨਾਂ ਤੇ ਕੀਤਾ ਹੈ ਜਿਨ੍ਹਾਂ ਨੇ ਬਾਣਾ ਪਾ ਲਿਆ ਪਰ ਜੀਵਨ ਬਾਣੇ ਵਰਗਾ ਨਹੀਂ। ਕੇਵਲ ਬਾਣਾ ਪਾ ਲੈਣਾ ਕਾਫੀ ਨਹੀਂ, ਇੱਥੇ ਸਮਾਜ ਦੇ ਵਿੱਚ ਕਈ ਲੋਕ ਐਸੇ ਵੀ ਹੋਣਗੇ ਜਿਹੜੇ ਬਾਹਰੋਂ ਧਰਮ ਦੇ ਬਾਣੇ ਪਾ ਲੈਣਗੇ ਪਰ ਅੰਦਰੋਂ ਗਧੇ ਦੇ ਗਧੇ ਰਹਿਣਗੇ। ਅਕਾਲ ਚੈਨਲ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ। ਮੈਂ ਹਾਂ ਜਗਮੀਤ ਸਿੰਘ। ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਇੱਕ ਰਣਜੀਤ ਬਾਵਾ ਵੱਲੋਂ ਗੀਤ ਗਾਇਆ ਗਿਆ ਸੀ, ਮੇਰਾ ਕੀ ਕਸੂਰ। ਉਸ ਗੀਤ ਨੂੰ ਲੈ ਕੇ ਧਰਮਾਂ ਦੇ ਨਾਂ 'ਤੇ ਇੱਕ ਵਿਚਾਰ ਵਟਾਂਦਰਾ ਹੋਣ ਲੱਗ ਪਈ, ਧਰਮਾਂ ਦੇ ਨਾਮ 'ਤੇ ਇੱਕ ਸਿਆਸਤ ਹੋਣ ਲੱਗ ਪਈ। ਉਸ ਗੀਤ ਦੇ ਵਿੱਚ ਬਹੁਤ ਕੁਛ ਅਜਿਹਾ ਸੀ ਜੋ ਪਖੰਡਵਾਦ ਦੇ ਕਹਿ ਸਕਦੇ ਹਾਂ ਵੀ ਖਿਲਾਫ ਗਾਉਣ ਵਾਲੀ ਜਿਹੜੀ ਗੱਲ ਉਹ ਸੱਚ ਸਾਹਮਣੇ ਲਿਆਂਦਾ ਸੀਗਾ। ਜਿਵੇਂ ਮੇਰਾ ਕੀ ਕਸੂਰ, ਗਊ ਦੇ ਮੂਤ ਦੀ ਗੱਲ ਕੀਤੀ ਗਈ ਹੈ, ਪੱਥਰਾਂ ਦੇ ਦੁੱਧ ਦੀ ਗੱਲ ਕੀਤੀ ਗਈ ਆ, ਧਰਮਾਂ ਦੇ ਪਖੰਡੀਪੁਣੇ ਦੀ ਗੱਲ ਕੀਤੀ ਗਈ ਆ। ਅਜਿਹੀਆਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਗਈਆਂ। ਉਸ ਦੇ ਸਬੰਧ ਨੂੰ ਲੈ ਕੇ ਕੁਛ ਹਿੰਦੂ ਧਰਮ ਨਾਲ ਰਿਲੇਟਡ ਵੀਰਾਂ ਨੇ ਉਸ ਗੀਤ ਦਾ ਵਿਰੋਧ ਕਰਦਿਆਂ ਹੋਇਆ ਰਣਜੀਤ ਬਾਵਾ 'ਤੇ ਪਰਚਾ ਕਰਾਉਣ ਦੀ ਜਿਹੜੀ ਆ ਉਹ ਗੱਲ ਆਖੀ ਸੀਗੀ। ਪਰ ਉਸ ਨੂੰ ਲੈ ਕੇ ਕਾਫੀ ਜਿਹੜੀ ਆ ਸਿਆਸਤ ਜਿਹੜੀ ਆ ਗਰਮਾਈ ਹੋਈ ਆ ਧਰਮਾਂ ਦੇ ਵਿੱਚ। ਆਪ 'ਚ ਬਹੁਤ ਤਰ੍ਹਾਂ ਦੇ ਤੰਜ ਕੱਸੇ ਜਾ ਰਹੇ ਨੇ। ਸਾਡੇ ਨਾਲ ਹਰਜੋਤ ਸਿੰਘ ਖਾਲਸਾ ਮੌਜੂਦ ਨੇ, ਅਸੀਂ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਹਰਜੋਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਗੀਤ ਆਇਆ ਉਹਨਾਂ ਦਾ, ਕੀ ਤੁਸੀਂ ਉਹਨਾਂ ਨਾਲ ਸਹਿਮਤ ਹੋ? ਸੁਣਿਆ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਤਾਂ ਜੀ ਵੈਸੇ ਤਾਂ ਮੈਂ ਗੀਤ ਸੁਣਦਾ ਨਹੀਂ, ਪਰ ਕਿਸੇ ਗੁਰਸਿੱਖ ਵੀਰ ਨੇ ਇਹ ਗੱਲ ਨੂੰ ਸ਼ੇਅਰ ਕੀਤਾ ਵੀ ਇਸ ਤਰ੍ਹਾਂ ਕੰਟੈਂਟ ਵਧੀਆ ਸੀ ਪਰ ਬਲੌਕ ਕਰ ਦਿੱਤਾ ਗਿਆ। ਅਤੇ YouTube 'ਤੇ ਕਿਉਂਕਿ ਰਿਮੂਵ ਹੋ ਗਿਆ, ਵੇਖਣ ਨੂੰ ਤਾਂ ਨਹੀਂ ਮਿਲਿਆ, ਪਰ ਕੁਝ ਸਤਰਾਂ ਮੇਰੇ ਸਾਹਮਣੇ ਆਈਆਂ, ਕੁਝ ਵੀਰਾਂ ਨੇ ਸ਼ੇਅਰ ਕੀਤੀਆਂ ਔਰ ਕੁਝ ਇੰਟਰਵਿਊਜ਼ ਦੇ ਦੌਰਾਨ ਮੈਂ ਸਤਰਾਂ ਪੜ੍ਹਨ ਨੂੰ ਮਿਲੀਆਂ। ਔਰ ਸਤਰਾਂ ਸੁਣਨ ਤੋਂ ਬਾਅਦ ਮੈਨੂੰ ਜਿਹੜੀ ਗੱਲ ਮੈਨੂੰ ਸਮਝ ਲੱਗੀ ਆ ਵੀ ਇੰਜ ਜਾਪਦਾ ਵੀ ਲਿਖਣ ਵਾਲੇ ਅਤੇ ਗਾਉਣ ਵਾਲੇ ਦੀ ਭਾਵਨਾ ਜਿਹੜੀ ਸੀ ਉਹ ਸਿਰਫ ਇਹੀ ਸੀ ਵੀ ਅਸੀਂ ਕਿਸੇ ਪਸ਼ੂ ਦੇ ਮੌਤ ਨੂੰ ਤਾਂ ਸਤਿਕਾਰ ਕਰ ਰਹੇ ਹਾਂ, ਪਰ ਜਿੱਥੇ ਗਰੀਬ ਦੀ ਗੱਲ ਆਉਂਦੀ ਆ, ਨੀਵੀਆਂ ਜਾਤਾਂ ਵਾਲਿਆਂ ਦੀ ਗੱਲ ਆਉਂਦੀ ਆ, ਉੱਥੇ ਅਸੀਂ ਉਹਨਾਂ ਦੇ ਪਰਛਾਵੇਂ ਤੋਂ ਵੀ ਭੱਜਦੇ ਹਾਂ। ਔਰ ਦੂਸਰਾ, ਉੱਥੇ ਉਹਨਾਂ ਲੋਕਾਂ ਦੇ ਖਿਲਾਫ ਵੀ ਆਵਾਜ਼ ਉਠਾਈ ਗਈ ਆ ਜਿਹੜੇ ਬਾਹਰੋਂ ਧਰਮੀ ਦਿਖਦੇ ਆ ਪਰ ਅੰਦਰੋਂ ਧਰਮੀ ਹੈ ਨਹੀਂ। ਤਾਂ ਮੈਂ ਇਹ ਸੋਚਦਾ ਵੀ ਭਾਵੇਂ ਹੁਣ, ਕਿਉਂਕਿ ਮੈਨੂੰ ਨਹੀਂ ਪਤਾ ਗਾਉਣ ਵਾਲੇ ਦਾ ਜੀਵਨ ਕਿਹੋ ਜਿਹਾ, ਲਿਖਣ ਵਾਲੇ ਦਾ ਜੀਵਨ ਕਿਹੋ ਜਿਹਾ, ਵਾਹਿਗੁਰੂ ਜਾਣਦਾ, ਪਰ ਮੈਂ ਇੱਥੇ ਸਿਰਫ ਵਿਚਾਰਧਾਰਾ ਦੀ ਗੱਲ ਕਰਨੀ ਆ। ਔਰ ਇੰਜ ਜਾਪਦਾ ਵੀ ਇਹ ਵਿਚਾਰਧਾਰਾ ਕਿਤੇ ਨਾ ਕਿਤੇ ਗੁਰੂ ਨਾਨਕ ਦੀ ਵਿਚਾਰਧਾਰਾ ਦਾ ਅੰਸ਼ ਜ਼ਰੂਰ ਹੈ, ਕਿਉਂਕਿ ਸਭ ਤੋਂ ਪਹਿਲਾਂ ਵਰਨ ਵੰਡ ਦੇ ਖਿਲਾਫ ਜਿਹੜੀ ਆਵਾਜ਼ ਭਗਤ ਜਨਾਂ ਨੇ ਗੁਰੂ ਨਾਨਕ ਸਾਹਿਬ ਨੇ ਉਠਾਈ ਔਰ ਬਰਾਬਰਤਾ ਦੀ ਗੱਲ ਗੁਰੂ ਨਾਨਕ ਸਾਹਿਬ ਨੇ ਕੀਤੀ। ਔਰ ਇੰਜ ਜਾਪਦਾ ਵੀ ਇਹ ਵਿਚਾਰ ਵੀ ਉਸ ਵਿਚਾਰਧਾਰਾ ਤੋਂ ਜਾਂ ਪ੍ਰਭਾਵਿਤ ਹੈ,
ਔਰ ਜਾਂ ਕਿਤੇ ਨਾ ਕਿਤੇ ਉਸ ਵਿਚਾਰਧਾਰਾ ਦਾ ਅੰਸ਼ ਜ਼ਰੂਰ ਇਹਦੇ ਵਿੱਚ ਮਿਲਦਾ ਹੈ। ਔਰ ਸੱਚ ਦੀ ਕਸਵੱਟੀ ਤੇ ਮੈਨੂੰ ਨਹੀਂ ਲੱਗਦਾ ਵੀ ਕੁਝ ਇਹੋ ਜਿਹਾ ਗਲਤ ਇਸ ਗੀਤ ਦੇ ਵਿੱਚ ਕੰਟੈਂਟ ਦੇ ਵਿੱਚ ਹੈ। ਜਿਵੇਂ ਤੁਸੀਂ ਦੱਸਿਆ ਵੀ ਇਹਦੇ ਗੀਤ ਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਕੁਝ ਗਲਤ ਆ, ਪਰ ਇੱਕ ਪਾਸੇ ਮਹਾਂਮਾਰੀ ਦਾ ਜਿਹੜਾ ਦੌਰ ਚੱਲ ਰਿਹਾ, ਲੋਕ ਤਰਾਹ ਕਰ ਰਹੇ ਨੇ, ਉਹਨਾਂ ਦਾ ਜਿਹੜਾ ਕਾਰੋਬਾਰ ਰੁਕੇ ਹੋਏ ਨੇ। ਜਿਵੇਂ ਗੱਲ ਕਰੀਏ ਵੀ ਹੁਣ ਬਹੁਤ ਜ਼ਿਆਦਾ ਤਰਾਸਦੀ ਆ ਲੋਕਾਂ 'ਤੇ, ਪੰਜਾਬ 'ਤੇ ਵੀ ਆ, ਭਾਰਤ 'ਤੇ ਵੀ ਆ, ਦੁਨੀਆ ਭਰ ਦੇ ਲੋਕਾਂ 'ਤੇ ਆ, ਕਾਰੋਬਾਰ ਠੱਪ ਪਏ ਨੇ। ਅਜਿਹੇ ਹਾਲਾਤਾਂ ਦੇ ਵਿੱਚ ਅਜਿਹਾ ਗੀਤ ਕੱਢ ਕੇ ਰਣਜੀਤ ਬਾਵਾ ਨੇ ਤੁਹਾਨੂੰ ਲੱਗਦਾ ਗਲਤ ਕੀਤਾ? ਦੇਖੋ ਹਾਂ, ਇਹ ਪੱਖ ਜ਼ਰੂਰ ਵਿਚਾਰ ਸਕਦੇ ਹਾਂ ਵੀ ਕਿਹੜੀ ਗੱਲ ਕਿਸ ਸਮੇਂ ਤੇ ਕਹੀ ਜਾ ਰਹੀ ਆ। ਵਕਤ ਵਿਚਾਰਨਾ ਜ਼ਰੂਰੀ ਆ, ਵਕਤ ਵਿਚਾਰੇ ਸੋ ਬੰਦਾ ਹੋਏ, ਵਕਤ ਵਿਚਾਰਨਾ ਜ਼ਰੂਰੀ ਆ। ਪਰ ਮੈਂ ਇੱਥੇ ਇੱਕ ਗੱਲ ਕਰਨੀ ਇਹ ਚਾਹੁੰਦਾ ਵੀ ਇਹ ਸਵਾਲ ਕੇਵਲ ਇਸ ਗੀਤਕਾਰ 'ਤੇ ਕਿਉਂ ਹੋਵੇ। ਜੇ ਇਸ ਬੰਦੇ ਨੇ ਧਰਮ ਦੀ ਗੱਲ ਨੂੰ ਕੋਈ ਗਾ ਦਿੱਤਾ ਹੈ, ਪਖੰਡਵਾਦ ਦਾ ਜ਼ਿਕਰ ਕਰ ਦਿੱਤਾ ਹੈ, ਉੱਥੇ ਅਸੀਂ ਸਵਾਲ ਕਰ ਲਈਏ ਵੀ ਗਲਤ ਸਮੇਂ 'ਤੇ ਇਹ ਗੱਲ ਕਹੀ ਗਈ ਆ, ਉੱਥੇ ਸਵਾਲ ਪ੍ਰਸ਼ਾਸਨ ਨੂੰ ਜਾਂ ਦੂਜੇ ਲੋਕਾਂ ਨੂੰ ਵੀ ਉੱਠਦਾ ਹੈ। ਕਿਉਂਕਿ ਪਿਛਲੇ ਸਮੇਂ ਆਪਾਂ ਕੁਝ ਘਟਨਾਵਾਂ ਦੇਖੀਆਂ। ਚਲੋ ਮੈਂ ਉਹਨਾਂ ਨਿਹੰਗ ਸਿੰਘਾਂ ਦਾ ਸਮਰਥਨ ਨਹੀਂ ਕਰ ਰਿਹਾ, ਮੈਂ ਇਹ ਨਹੀਂ ਕਹਿੰਦਾ ਵੀ ਮੈਂ ਉਹਨਾਂ ਦਾ ਸਮਰਥਨ ਕਰਦਾ। ਹੱਥ ਵੱਢਿਆ ਗਿਆ, ਜੋ ਵੀ ਹੋਇਆ ਗਲਤੀ ਦੋਨਾਂ ਪਾਸੋਂ ਕਹਿ ਸਕਦੇ ਹਾਂ। ਪਰ ਉੱਥੇ ਵੀ ਜੋ ਕੁਝ ਕੀਤਾ ਗਿਆ ਉਸ ਤੋਂ ਬਾਅਦ ਸਿੱਖਾਂ ਨੂੰ ਚੜਾਉਣ ਵਾਸਤੇ ਜਾਣ ਬੁੱਝ ਕੇ ਉਸ ਪੁਲਿਸ ਦੇ ਟੈਗ ਲਾਏ ਗਏ ਕਿ ਮੈਂ ਵੀ ਹਰਜੀਤ ਸਿੰਘ। ਹਾਲਾਂਕਿ ਉਸ ਤੋਂ ਬਾਅਦ ਵੀ ਘਟਨਾਵਾਂ ਹੋਈਆਂ ਨੇ। ਇੱਕ ਮੋਨੇ ਨੌਜਵਾਨ ਮੁੰਡੇ ਵੱਲੋਂ ਕਾਰ ਦੇ ਰਾਹੀਂ ਇੱਕ ਪੁਲਿਸ ਤੇ ਜੋ ਆਪਾਂ ਜਾਣਦੇ ਹਾਂ ਵੀ ਟੱਕਰ ਮਾਰੀ ਗਈ, ਹਮਲਾ ਕੀਤਾ ਗਿਆ। ਪਰਚਾ ਭਾਵੇਂ ਉੱਥੇ ਵੀ ਹੁੰਦਾ ਹੈ, ਉੱਥੇ ਉਸ ਪੁਲਿਸ ਵਾਲੇ ਦਾ ਜ਼ਿਕਰ ਨਹੀਂ ਕੀਤਾ ਵੀ ਫੱਟੀਆਂ ਲਾਓ ਇਹ ਫਲਾਣਾ ਸਿੰਘ, ਉੱਥੇ ਕੋਈ ਜ਼ਿਕਰ ਨਹੀਂ ਹੋਇਆ। ਪਰ ਜਿੱਥੇ ਸਿੱਖ ਕੌਮ ਦੇ ਬਾਣੇ ਵਾਲਿਆਂ ਵੱਲੋਂ ਕੀਤਾ ਗਿਆ, ਉੱਥੇ ਸਿੱਧੇ ਤੌਰ ਤੇ ਇਹ ਗੱਲਾਂ ਨੂੰ ਨਸ਼ਰ ਕੀਤਾ ਗਿਆ। ਪੂਰੀ ਕੌਮ ਦੀ ਜਿਹੜੀ ਗੱਲ ਚੈਨਲਾਂ ਤੇ ਕੀਤੀ ਗਈ, ਸਿੱਖਾਂ ਨੂੰ ਚੜਾਉਣ ਦੀਆਂ ਗੱਲਾਂ ਹੋਈਆਂ। ਜੇ ਸਵਾਲ ਗੀਤਕਾਰ ਤੇ ਬਣਦਾ ਹੈ, ਸਵਾਲ ਉਹਨਾਂ ਲੋਕਾਂ ਤੇ ਵੀ ਬਣਦਾ ਵੀ ਇਹਨਾਂ ਹਾਲਾਤਾਂ ਦੇ ਵਿੱਚ ਚੜਾਉਣ ਵਾਲੀਆਂ ਗੱਲਾਂ ਜਾਇਜ਼ ਨੇ। ਤੋ ਹਰ ਗੱਲ ਨੂੰ ਅਸੀਂ ਬਰਾਬਰ ਦੇ ਤੌਰ ਤੇ ਦੇਖਣਾ ਪਊਗਾ। ਇਸ ਗੱਲ ਨਾਲ ਮੈਂ ਸਹਿਮਤ ਹਾਂ ਕਿ ਵਕਤ ਵਿਚਾਰ ਕੇ ਗੱਲ ਜ਼ਰੂਰ ਕਰਨੀ ਚਾਹੀਦੀ ਆ। ਕਿਹੋ ਜਿਹਾ ਮਾਹੌਲ ਚੱਲਦਾ ਹੈ, ਸੱਚ ਵੀ ਕਦੋਂ ਕਹਿਣਾ, ਇਹ ਵੀ ਜ਼ਰੂਰ ਸਾਨੂੰ ਗੁਰੂ ਨਾਨਕ ਸਾਹਿਬ ਤੋਂ ਸਿੱਖਣਾ ਚਾਹੀਦਾ ਹੈ ਜੀ। ਜਿਵੇਂ ਤੁਸੀਂ ਗੱਲ ਕੀਤੀ ਕਿ ਉਹਨਾਂ ਨੇ ਜੋ ਗੀਤ ਗਾਇਆ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਨਾਲ ਕਿਤੇ ਨਾ ਕਿਤੇ ਉਹਦੇ 'ਚ ਝਲਕਦੀ ਆ, ਪਰ ਫਿਰ ਤੁਸੀਂ ਇਸ ਹਿਸਾਬ ਨਾਲ ਉਸ ਗੀਤ ਨਾਲ ਸਹਿਮਤ ਹੋ? ਦੇਖੋ ਜੀ, ਬਿਲਕੁਲ ਮੈਂ ਉਸ ਵਿਚਾਰਧਾਰਾ ਦੀ ਗੱਲ ਕਰ ਰਿਹਾ ਕਿ ਇਹ ਵਿਚਾਰਧਾਰਾ ਗੁਰੂ ਨਾਨਕ ਦੀ ਅੰਸ਼ ਹੈ। ਔਰ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਜਿੱਥੋਂ ਤੱਕ ਮੈਨੂੰ ਪਤਾ ਲੱਗਾ ਵੀ ਪਰਚੇ ਵੀ ਦਰਜ ਹੋਏ, ਉਹ ਸਾਰੀ ਗੱਲ ਹੁੰਦੀ ਹੈ। ਇੱਥੇ ਨਾ ਮੈਂ ਇੱਕ ਥੋੜ੍ਹਾ ਜਿਹਾ ਇਤਿਹਾਸਕ ਹਵਾਲਾ ਦੇ ਕੇ ਜ਼ਰੂਰ ਇਹ ਗੱਲ ਨੂੰ ਕਹਿਣਾ ਚਾਹੁੰਦਾ ਵੀ ਉਸ ਕੰਟੈਂਟ ਤੋਂ ਤਾਂ ਇਹ ਗੱਲ ਨਾਲ ਮੈਂ ਪੂਰੀ ਸਹਿਮਤੀ ਭਰਦਾ ਹਾਂ ਕਿ ਵਿਚਾਰਧਾਰਾ ਇਹ ਗੁਰੂ ਨਾਨਕ ਦੀ ਅੰਸ਼ ਦਾ ਹੀ ਜਿਹੜਾ ਇੱਕ ਨਤੀਜਾ ਹੈ। ਗੁਰੂ ਨਾਨਕ ਤੋਂ ਵਿਚਾਰਧਾਰਾਵਾਂ ਤੋਂ ਇੱਕ ਪ੍ਰੇਰਨਾ ਮਿਲ ਰਹੀ ਹੈ। ਫਿਰ ਰਹੀ ਗੱਲ ਅੱਗੇ ਪਰਚੇ ਹੋਣ ਦੀ, ਅਗਲੀਆਂ ਗੱਲਾਂ ਦੀ, ਆਪਾਂ ਸਾਰੇ ਜਾਣਦੇ ਹਾਂ ਵੀ ਜਦੋਂ ਪਿੱਛੇ ਜੇ ਆਪਾਂ ਗੁਰੂ ਅਮਰਦਾਸ ਜੀ ਦਾ ਗੁਰਪੁਰਬ ਮਨਾਇਆ ਜੀ, ਔਰ ਮੈਂ ਸੋਚਦਾ ਵੀ ਇਹ ਪਰਚੇ ਬੰਦਿਆਂ ਤੇ ਹੀ ਨਹੀਂ ਹੋਏ, ਇਹ ਪਰਚੇ ਇੱਕ ਵਿਚਾਰਧਾਰਾ ਤੇ ਵੀ ਹੋਏ ਨੇ। ਕਿਉਂਕਿ ਤੁਸੀਂ ਦੇਖੋ ਕਈ ਗੀਤਕਾਰ ਇੱਥੇ ਐਸੇ ਵੀ ਮਿਲਦੇ ਨੇ ਜਿਹੜੇ ਆਪਣੇ ਗੀਤਾਂ ਦੇ ਵਿੱਚ ਲੋਕਾਂ ਦੀਆਂ ਧੀਆਂ ਭੈਣਾਂ ਦੇ ਅੰਗਾਂ ਦਾ ਜ਼ਿਕਰ ਕਰਦੇ ਨੇ। ਇੱਥੇ ਲੱਚਰਤਾ ਪ੍ਰਮੋਟ ਕੀਤੀ ਜਾਂਦੀ ਹੈ, ਇੱਥੇ ਗੁੰਡਾਗਰਦੀ ਪ੍ਰਮੋਟ ਕੀਤੀ ਜਾਂਦੀ ਹੈ। ਜਦੋਂ ਕੋਈ ਇਹੋ ਜਿਹੇ ਗੀਤ ਗਾਵੇ, ਸਾਡੇ ਪ੍ਰਸ਼ਾਸਨ ਨੂੰ, ਸਾਡੇ ਕਾਨੂੰਨ ਨੂੰ, ਸਾਡੇ ਲੋਕਾਂ ਨੂੰ ਉਹ ਚੀਜ਼ ਸਮਾਜ ਦਾ ਨੁਕਸਾਨ ਨਹੀਂ ਲੱਗਦਾ। ਪਰ ਜੇ ਕੋਈ ਸੱਚ ਦੀ ਗੱਲ ਕਹਿ ਦੇਵੇ, ਉਹ ਚੀਜ਼ ਸਮਾਜ ਦਾ ਨੁਕਸਾਨ ਲੱਗਦਾ। ਗੁਰੂ ਅਮਰਦਾਸ ਜੀ ਦੇ ਵੇਲੇ ਵੀ ਇਸ ਤਰ੍ਹਾਂ ਹੋਇਆ ਜੀ। ਇਹ ਪਰਚੇ ਅੱਜ ਹੀ ਨਹੀਂ, ਸੱਚ ਦੀ ਵਿਚਾਰਧਾਰਾ ਤੇ ਪਰਚੇ ਉਦੋਂ ਵੀ ਹੁੰਦੇ ਰਹੇ। ਗੁਰੂ ਅਮਰਦਾਸ ਮਹਾਰਾਜ ਜੀ ਨੇ ਨਾ ਜੀ ਪੰਗਤ ਦਾ ਸਿਧਾਂਤ ਚਲਾਇਆ, ਕਿਉਂਕਿ ਮਹਾਰਾਜ ਨੇ ਜਾਤਾਂ ਪਾਤਾਂ ਦੇ ਵਿਤਕਰਿਆਂ ਨੂੰ ਖਤਮ ਕਰਨ ਲਈ ਨਾ ਇੱਕ ਪ੍ਰੈਕਟੀਕਲ ਤੌਰ ਤੇ ਇੱਕ ਬੜੀ ਵੱਡੀ ਕ੍ਰਾਂਤੀ ਵਿੱਢੀ। ਕਿਉਂਕਿ ਇੱਕ ਗੱਲ ਕਰ ਦੇਣੀ ਤਾਂ ਵੱਖਰੀ ਗੱਲ ਹੈ, ਸਤਿਗੁਰੂ ਨੇ ਇੱਕ ਪ੍ਰੈਕਟੀਕਲ ਤੌਰ ਤੇ ਕੰਮ ਇਹ ਕੀਤਾ। ਮਹਾਰਾਜ ਕਹਿੰਦੇ ਗੁਰੂ ਦੇ ਦਰਸ਼ਨ ਤੁਹਾਨੂੰ ਤਾਂ ਹੋ ਸਕਦੇ ਨੇ, ਮੇਰੇ ਦਰਸ਼ਨ ਤਾਂ ਹੋਣਗੇ ਪਹਿਲਾਂ ਪੰਗਤ ਕਰੋ ਫਿਰ ਸੰਗਤ, ਪਹਿਲਾਂ ਪੰਗਤ ਫਿਰ ਸੰਗਤ ਦਾ ਸਿਧਾਂਤ। ਇਹਦਾ ਅਰਥ ਇਹੀ ਸੀ ਕਿ ਪਹਿਲਾਂ, ਕਿਉਂਕਿ ਅੱਜ ਤੌਰ ਤੇ ਹੁਣ ਉੱਚੇ ਬ੍ਰਾਹਮਣ ਜਿਹੜੇ ਨੇ ਸ਼ੂਦਰਾਂ ਨਾਲ ਬੈਠ ਕੇ ਖਾਣਾ ਪਸੰਦ ਨਹੀਂ ਕਰਦੇ, ਉਹਨਾਂ ਦੇ ਨੇੜੇ ਬੈਠਣਾ ਨਹੀਂ ਪਸੰਦ ਕਰਦੇ। ਤੇ ਮਹਾਰਾਜ ਕਹਿੰਦੇ ਜਿੰਨੀ ਦੇਰ ਤੱਕ ਉੱਚੀ ਜਾਤੀ ਵਾਲਾ ਆਪਣਾ ਜਾਤ ਦਾ ਹੰਕਾਰ ਕੱਢ ਕੇ ਨਹੀਂ ਆਉਂਦਾ ਤੇ ਨੀਵੀਂ ਜਾਤੀ ਵਾਲਾ ਆਪਣਾ ਹੀਨ ਭਾਵ ਨਹੀਂ ਕੱਢ ਕੇ ਆਉਂਦਾ, ਉਨੀ ਦੇਰ ਤੱਕ ਗੁਰੂ ਦੀ ਸੰਗਤ 'ਚ ਆਨੰਦ ਨਹੀਂ ਆ ਸਕਦਾ। ਇਸ ਕਰਕੇ ਪਹਿਲਾਂ ਪੰਗਤ ਫੇਰ ਸੰਗਤ ਦਾ ਸਿਧਾਂਤ ਦਿੱਤਾ। ਪਹਿਲਾਂ ਆਪਣੇ ਜਾਤਾਂ ਦੇ ਹੰਕਾਰ ਬਾਹਰ ਕੱਢ ਕੇ ਆਓ ਤੇ ਹੀਨ ਭਾਵਨਾ ਬਾਹਰ ਕੱਢ ਕੇ ਆਓ। ਫਿਰ ਸਤਿਗੁਰੂ ਜੀ ਨੇ ਬੌਲੀ ਦਾ ਸਿਧਾਂਤ ਦਿੱਤਾ ਕਿ ਭਾਈ ਇੱਥੇ ਖੂਹ ਦੇ ਪਾਣੀ ਦੇ ਨਾਮ ਤੇ ਵੀ ਵਿਤਕਰੇ ਨਹੀਂ ਹੋਣੇ ਚਾਹੀਦੇ, ਵੀ ਉੱਚੀਆਂ ਜਾਤਾਂ ਵਾਲਿਆਂ ਨੂੰ ਆਜ਼ਾਦੀ ਹੋਵੇ, ਨੀਵਿਆਂ ਨਾਲ ਵਿਤਕਰੇ ਹੋਣ, ਕੋਈ ਵੀ ਹੋਵੇ ਇੱਕੋ ਪਾਣੀ 'ਚ ਇਸ਼ਨਾਨ ਕਰ ਸਕਦਾ ਹੈ। ਪਰ ਉਸ ਵਕਤ ਦੇ ਲੋਕਾਂ ਨੂੰ ਇਹ ਗੱਲ ਵੀ ਹਜਮ ਨਹੀਂ ਹੋਈ। ਸਾਡਾ ਇਤਿਹਾਸ ਦੱਸਦਾ ਹੈ ਕਿ ਉਹਨਾਂ ਵਿਰੋਧੀਆਂ ਨੇ, ਜਾਤ ਪਾਤ ਦਾ ਸਮਰਥਨ ਕਰਨ ਵਾਲਿਆਂ ਨੇ ਪਹਿਲਾਂ ਲਾਹੌਰ ਦੇ ਨਵਾਬ ਪਾਸ ਸ਼ਿਕਾਇਤ ਕੀਤੀ, ਮੁਕੱਦਮਾ ਚੱਲਿਆ, ਉੱਥੇ ਉਹ ਮੁਕੱਦਮਾ ਹਾਰੇ। ਫਿਰ ਉਹਨਾਂ ਨੇ ਅਕਬਰ ਪਾਸ ਵੀ ਸ਼ਿਕਾਇਤ ਕੀਤੀ,
ਉਸ ਵਕਤ ਅਕਬਰ ਲਾਹੌਰ ਆਇਆ ਹੋਇਆ ਸੀ, ਮੁਕੱਦਮਾ ਚੱਲਿਆ ਔਰ ਗੁਰੂ ਅਮਰਦਾਸ ਜੀ ਨੂੰ ਬੁਲਾ ਲਿਆ ਗਿਆ। ਮੈਂ ਸਿਰਫ ਟੂਕ ਮਾਤਰ ਇੱਥੋਂ ਤੱਤ ਕਹਿਣਾ ਇਸ ਗੱਲ ਨੂੰ ਸਮਝਣ ਲਈ। ਬੁਲਾ ਲਿਆ ਗਿਆ ਗੁਰੂ ਅਮਰਦਾਸ ਜੀ ਨੂੰ। ਗੁਰੂ ਅਮਰਦਾਸ ਜੀ ਬਜ਼ੁਰਗ ਸਨ, ਆਪ ਤਾਂ ਨਹੀਂ ਗਏ, ਪਰ ਭਾਈ ਜੇਠਾ ਜੀ, ਜਿਹਨੂੰ ਅੱਜ ਆਪਾਂ ਗੁਰੂ ਰਾਮਦਾਸ ਜੀ ਕਹਿੰਦੇ ਆ, 23 ਸਾਲ ਦੇ ਉਦੋਂ ਸਨ, ਅਜੇ ਗੁਰੂ ਨਹੀਂ ਸੀ ਬਣੇ, ਉਹਨਾਂ ਨੂੰ ਭੇਜਿਆ। ਤੇ ਉੱਥੇ ਜਿੰਨੀਆਂ ਵੀ ਇਤਿਹਾਸ ਨੇ 5-6 ਕੰਪਲੇਂਟਸ ਦੱਸੀਆਂ ਨੇ ਜਿਹੜੀਆਂ ਉਹਨਾਂ ਦੇ ਵੱਲੋਂ ਉਠਾਈਆਂ ਗਈਆਂ, ਤੇ ਭਾਈ ਜੇਠਾ ਜੀ ਨੇ ਇੱਕ ਇੱਕ ਗੱਲ ਦਾ ਜਵਾਬ ਦਲੀਲ ਸਹਿਤ ਦਿੱਤਾ। ਤੇ ਉਹਦੇ ਵਿੱਚੋਂ ਸਿਰਫ ਇਸ ਵਿਸ਼ੇ ਤੇ ਰਹਿ ਕੇ ਮੈਂ ਗੱਲ ਕਰਨੀ ਹੈ ਵੀ ਜਾਤਾਂ ਪਾਤਾਂ ਦੇ ਨੀਵਿਆਂ ਨਾਲ ਨਫ਼ਰਤ ਕਰਨ ਦੀ ਜਿਹੜੀ ਇਹ ਗੱਲ ਹੋਈ, ਉਹਨਾਂ ਨੇ ਵੀ ਇੱਕ ਇਹ ਗੱਲ ਕਹੀ ਸੀ ਵੀ ਇਹਨਾਂ ਲੋਕਾਂ ਨੇ ਨਵਾਂ ਧਰਮ ਖੜਾ ਕਰਕੇ ਵਰਨ ਵੰਡ ਖਤਮ ਕਰ ਦਿੱਤੀ ਹੈ, ਜਿਹਦੇ ਕਰਕੇ ਹਿੰਦੂ ਧਰਮ ਨੂੰ ਹਾਨੀ ਹੋ ਰਹੀ ਹੈ। ਇਸ ਸ਼ਬਦ ਤੇ ਫੋਕਸ ਕਰਿਓ, ਇਤਿਹਾਸ ਦੇ ਪੁਰਾਤਨ ਸਰੋਤਾਂ ਦੇ ਵਿੱਚ ਜ਼ਿਕਰ ਮਿਲਦਾ ਹੈ। ਉਹਨਾਂ ਨੇ ਵੀ ਇਹੀ ਗੱਲ ਕਹੀ ਸੀ ਵੀ ਵਰਨ ਵੰਡ ਖਤਮ ਕਰਕੇ ਇਹਨਾਂ ਨੇ ਹਿੰਦੂ ਧਰਮ ਨੂੰ ਹਾਨੀ ਦਿੱਤੀ ਆ, ਇਹ ਸ਼ਿਕਾਇਤ ਕੀਤੀ। ਤੇ ਭਾਈ ਜੇਠਾ ਜੀ ਨੇ ਉੱਥੇ ਜਵਾਬ ਦਿੱਤਾ, ਕਹਿੰਦੇ ਨੇ ਧਰਮ ਦੀ ਹਾਨੀ ਵਰਨ ਵੰਡ ਖਤਮ ਕਰਕੇ ਅਸੀਂ ਨਹੀਂ ਕੀਤੀ, ਧਰਮ ਦੀ ਹਾਨੀ ਉਹ ਲੋਕ ਕਰਦੇ ਨੇ ਜਿਹੜੇ ਧਰਮ ਦੇ ਨਾਮ ਤੇ ਲੋਕਾਂ ਦੇ ਨਾਲ ਨਫ਼ਰਤ ਕਰਦੇ ਨੇ, ਵਰਨ ਵੰਡ ਪਾਉਂਦੇ ਨੇ, ਸਮਾਜ ਨੂੰ ਜ਼ਲੀਲ ਕਰਦੇ ਨੇ, ਸਮਾਜ ਨੂੰ ਵੰਡਦੇ ਨੇ। ਧਰਮ ਦੀ ਹਾਨੀ ਸਮਾਜ ਨੂੰ ਵੰਡਣ ਵਾਲੇ ਕਰਦੇ ਨੇ, ਸਮਾਜ ਨੂੰ ਇੱਕ ਕਰਨ ਵਾਲੇ ਧਰਮ ਦੀ ਹਾਨੀ ਨਹੀਂ ਕਰਦੇ। ਔਰ ਗੁਰੂ ਨਾਨਕ ਦੇ ਸਿਧਾਂਤ ਦੇ ਮੁਤਾਬਕ ਬੰਦੇ ਦੀ ਜਾਤ ਜਨਮ ਕਰਕੇ ਨਹੀਂ, ਕਰਮ ਕਰਕੇ ਹੈ। ਕੋਈ ਭਾਵੇਂ ਬ੍ਰਾਹਮਣ ਜਨਮ ਲੈ ਲਿਆ, ਉਹਨੇ ਬ੍ਰਾਹਮਣ ਦੇ ਘਰ ਜਨਮ ਲੈ ਲਿਆ, ਮਹਾਰਾਜ ਕਹਿੰਦੇ ਜ਼ਰੂਰੀ ਨਹੀਂ ਬ੍ਰਾਹਮਣ ਹੋਵੇਗਾ। ਬ੍ਰਾਹਮਣ ਉਹ ਜਿਹੜਾ ਬ੍ਰਹਮ ਨਾਲ ਜੁੜਿਆ, ਤੇ ਸ਼ੂਦਰ ਵੀ ਜੇ ਬ੍ਰਹਮ ਨਾਲ ਜੁੜ ਗਿਆ ਉਹ ਵੀ ਬ੍ਰਾਹਮਣ ਹੋ ਸਕਦਾ। ਤਾਂ ਮਹਾਰਾਜ ਨੇ ਜਾਤ ਨੂੰ ਜਨਮ ਕਰਕੇ ਨਹੀਂ, ਕਰਮ ਕਰਕੇ ਮੰਨਿਆ। ਉਦੋਂ ਵੀ ਮੁਕੱਦਮੇ ਚੱਲੇ, ਪਰ ਉਦੋਂ ਚਲੋ ਬਾਦਸ਼ਾਹ ਚੰਗਾ ਸੀ, ਸੱਚ ਦੀ ਗੱਲ ਨੂੰ ਸਮਝਿਆ। ਅੱਜ ਤਰਾਸਦੀ ਇਹ ਆ ਵੀ ਅੱਜ ਦੇ ਸਾਡੇ ਬਾਦਸ਼ਾਹ ਸੱਚ ਤੇ ਝੂਠ ਦਾ ਨਿਰਣਾ ਕਰਨਾ ਨਹੀਂ ਜਾਣਦੇ, ਜਿਹਦੇ ਕਾਰਨ ਅੱਜ ਵੀ ਸੱਚ ਤੇ ਪਰਜੇ ਹੋ ਜਾਂਦੇ ਨੇ, ਜਿਹਨੂੰ ਮੈਂ ਬਿਲਕੁਲ ਨਜਾਇਜ਼ ਸਮਝਦਾ ਹਾਂ ਜੀ। ਜਿਵੇਂ ਤੁਸੀਂ ਗੱਲ ਕੀਤੀ ਕਿ ਪਰਚੇ ਨਜਾਇਜ਼ ਹੋਏ, ਤਾਂ ਤੁਸੀਂ ਉਦਾਹਰਨ ਜਿਹੜੀ ਉਹ ਗੁਰੂ ਪਾਤਸ਼ਾਹ ਦੀ ਦਿੱਤੀ ਆ, ਪਰ ਜੇਕਰ ਰਣਜੀਤ ਬਾਵੇ ਦੇ ਜੀਵਨ ਦੀ ਗੱਲ ਕਰੀਏ, ਇੱਕ ਆਪਾਂ ਉੱਪਰ ਉੱਠ ਕੇ ਗੱਲ ਕਰਦੇ ਹਾਂ, ਰਣਜੀਤ ਬਾਵੇ ਦਾ ਜੀਵਨ ਤੇ ਗੁਰੂ ਪਾਤਸ਼ਾਹ ਦੇ ਜੀਵਨ ਦੇ ਉਹਨਾਂ ਨੂੰ ਬਰਾਬਰ ਨਹੀਂ ਨਾ ਦੇ ਸਕਦੇ। ਦੇਖੋ, ਮੈਂ ਪਹਿਲਾਂ ਹੀ ਇਹ ਗੱਲ ਸਪਸ਼ਟ ਕਰਤੀ ਆ, ਮੈਂ ਇੱਥੇ ਕਿਸੇ ਬੰਦੇ ਦੇ ਹੱਕ ਜਾਂ ਵਿਰੋਧ 'ਚ ਨਹੀਂ ਗੱਲ ਕਰ ਰਿਹਾ। ਮੈਨੂੰ ਨਹੀਂ ਪਤਾ ਗੀਤਕਾਰ ਦਾ ਜੀਵਨ ਕੈਸਾ, ਲਿਖਣ ਵਾਲੇ ਦਾ ਜੀਵਨ ਕੈਸਾ ਹੈ। ਮੈਂ ਸਪੈਸ਼ਲੀ ਇਹ ਸ਼ਬਦ ਵਰਤਿਆ ਸੀ, ਮੈਂ ਇੱਥੇ ਜ਼ਿਕਰ ਵਿਚਾਰਧਾਰਾ ਦਾ ਗੱਲ ਕਰ ਰਿਹਾ। ਉਹ ਵਿਚਾਰਧਾਰਾ ਜਿਹੜੀ ਵਿਚਾਰਧਾਰਾ ਦੇ ਵਿੱਚ ਸਮਾਜ ਨੂੰ ਬਰਾਬਰ ਲਿਆਉਣ ਦੀ ਗੱਲ ਕੀਤੀ ਗਈ ਹੈ, ਔਰ ਇਹ ਵਿਚਾਰਧਾਰਾ ਕਿਤੇ ਨਾ ਕਿਤੇ ਗੁਰੂ ਨਾਨਕ ਦੀ ਵਿਚਾਰਧਾਰਾ ਦਾ ਅੰਸ਼ ਜ਼ਰੂਰ ਦਿਸਦਾ ਪਿਆ ਇਹਦੇ ਤੇ। ਇਸ ਕਰਕੇ ਮੈਂ ਸਿਰਫ ਵਿਚਾਰਧਾਰਾ ਦਾ, ਇਸ ਦਾ ਮਤਲਬ ਪਰਚਾ ਜਿਹੜਾ ਕੀਤਾ ਨਜਾਇਜ਼। ਬਿਲਕੁਲ ਜੀ, ਕਿਉਂਕਿ ਇਹ ਪਰਚਾ, ਮੈਂ ਉਹੀ ਗੱਲ ਕਹੀ ਨਾ, ਪਰਚਾ ਵਿਚਾਰਧਾਰਾ ਤੇ ਹੋਇਆ। ਪਰਚੇ ਉਹਨਾਂ ਤੇ ਵੀ ਹੋ ਸਕਦੇ ਸੀ ਜਿਹੜੇ ਲੱਚਰਤਾ ਦੀ ਗੱਲ ਫੈਲਾਉਂਦੇ ਨੇ ਤੇ ਹਥਿਆਰਾਂ ਨੂੰ ਪ੍ਰਮੋਟ ਕਰਦੇ ਨੇ, ਉਹਨਾਂ ਤੇ ਤਾਂ ਕੋਈ ਐਕਸ਼ਨ ਨਹੀਂ ਲੈਂਦਾ। ਪਰ ਜੇ ਕੋਈ ਸੱਚ ਦੀ ਗੱਲ ਕਰੇ ਤੇ ਪਰਚਾ ਕਰਨਾ ਬਿਲਕੁਲ ਨਾਜਾਇਜ਼ ਹੈ ਜੀ। ਜੇਕਰ ਭਾਵਨਾ ਦੀ ਗੱਲ ਕਰੀਏ ਤਾਂ ਇਹ ਜਿਹੜੀ ਸੱਟ ਆ ਹੋਰਨਾਂ ਵੀ ਧਰਮਾਂ ਦੀਆਂ ਭਾਵਨਾਵਾਂ ਤੇ ਵੱਜੀ ਆ। ਜੇ ਸਿੱਖ ਧਰਮ ਦੀ ਗੱਲ ਕਰੀਏ, ਉਹਨਾਂ ਦੇ ਵੀ ਇਹਦੇ ਵਿੱਚ ਬਹੁਤ ਤਰ੍ਹਾਂ ਦੀਆਂ ਇਹੋ ਜਿਹੀਆਂ ਗੱਲਾਂ ਕੀਤੀਆਂ ਗਈਆਂ। ਤੁਹਾਨੂੰ ਨਹੀਂ ਲੱਗਦਾ ਵੀ ਹੋਰ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੋਵੇਗੀ? ਦੇਖੋ ਜੀ, ਪਹਿਲੀ ਤਾਂ ਗੱਲ ਇਹ ਆ, ਮੈਂ ਇਹ ਸਮਝਦਾ ਵੀ ਧਰਮ ਤੇ ਭਾਵਨਾ ਤੇ ਸੱਟ ਵੱਜਣੀ, ਇਹਨੂੰ ਸਮਝਣਾ ਪਵੇਗਾ ਵੀ ਕੀ ਸਾਡੀ ਭਾਵਨਾ ਤੇ ਸੱਟ ਵੱਜ ਰਹੀ ਹੈ ਕਿ ਸਾਡੀ ਈਗੋ ਤੇ ਸੱਟ ਵੱਜ ਰਹੀ ਹੈ। ਕਈ ਵਾਰੀ ਸੱਟ ਸਾਡੀ ਈਗੋ ਨੂੰ ਵੱਜ ਰਹੀ ਹੁੰਦੀ ਆ, ਨਾਮ ਦੇ ਦਿੰਦੇ ਆ ਧਰਮ ਦੀ, ਭਾਵਨਾ ਤੇ ਸੱਟ ਵੱਜ ਰਹੀ ਹੈ। ਕਿਉਂਕਿ ਧਰਮ ਨੂੰ ਸਮਝਣਾ ਪਵੇਗਾ ਨਾ, ਧਰਮ ਸਮਾਜ ਨੂੰ ਇੱਕ ਕਰਦਾ ਹੈ, ਔਰ ਅਸਲ ਦੇ ਵਿੱਚ ਧਰਮ ਦੀ ਭਾਵਨਾ ਨੂੰ ਉਹ ਲੋਕ ਸੱਟ ਮਾਰ ਰਹੇ ਨੇ ਜਿਹੜੇ ਸਮਾਜ ਨੂੰ ਵੰਡ ਰਹੇ ਨੇ। ਕਿਉਂਕਿ ਧਰਮ ਸਮਾਜ ਨੂੰ ਇੱਕ ਕਰਨਾ ਸਿਖਾਉਂਦਾ ਹੈ, ਧਰਮ ਸਰਬੱਤ ਦਾ ਭਲਾ ਕਰਨਾ ਸਿਖਾਉਂਦਾ ਹੈ, ਧਰਮ ਸਭ ਨੂੰ ਇੱਕ ਅੱਖ ਨਾਲ ਦੇਖਣਾ ਸਿਖਾਉਂਦਾ ਹੈ। ਤੇ ਜਿਹੜੇ ਲੋਕ ਧਰਮ ਨੂੰ ਵੰਡ ਦੇਣ, ਜ਼ਲੀਲ ਕਰਨ ਨੀਵਿਆਂ ਨੂੰ, ਲੋਕਾਂ ਨੂੰ ਨਫ਼ਰਤ ਦੀ ਨਜ਼ਰ ਨਾਲ ਦੇਖਣ, ਤੇ ਧਰਮ ਦੀ ਭਾਵਨਾ ਨੂੰ ਸੱਟ ਉਹ ਲੋਕ ਮਾਰ ਰਹੇ ਨੇ। ਤਾਂ ਇਹਨੂੰ ਜ਼ਰੂਰ ਸਮਝਣਾ ਪਵੇਗਾ ਵੀ ਈਗੋ ਨੂੰ ਸੱਟ ਵੱਜ ਰਹੀ ਹੈ ਕਿ ਧਰਮ ਦੀ ਭਾਵਨਾ ਨੂੰ ਸੱਟ ਵੱਜ ਰਹੀ ਹੈ। ਇਸ ਗੱਲ ਦਾ ਜ਼ਰੂਰ ਨਿਰਣਾ ਸਾਨੂੰ ਕਰਨਾ ਪਵੇਗਾ। ਜਿਵੇਂ ਕੁਝ ਲੋਕ ਸਵਾਲ ਵੀ ਕਰ ਦਿੰਦੇ ਨੇ, ਉਹ ਕਹਿੰਦੇ ਨੇ ਕਿ ਜਿਹੜੇ ਇਹ ਸਾਰਾ ਕੁਝ ਹੁੰਦਾ ਹੈ, ਇਹ ਗੱਲ ਧਰਮ ਦੀ ਹੁੰਦੀ ਆ, ਪਰ ਪਾਪ ਸਾਰੇ ਹੀ ਕਰਦੇ ਨੇ। ਗੱਲ ਧਰਮਾਂ ਤੇ ਲਿਆ ਕੇ ਟਾਰਗੇਟ ਧਰਮਾਂ ਨੂੰ ਕਰ ਲਿਆ ਜਾਂਦਾ। ਪਾਪ ਕਰਨ ਦਾ ਜਿਹੜੀ ਜਦੋਂ ਗੱਲ ਆਉਂਦੀ ਆ, ਉਦੋਂ ਧਰਮਾਂ ਤੋਂ ਉੱਪਰ ਉੱਠ ਕੇ ਵੀ ਗੱਲ ਕਰਕੇ ਸਾਰੇ ਹੀ ਕਰੀ ਜਾਂਦੇ ਨੇ। ਦੇਖੋ ਜੀ, ਮੈਂ ਇਹ ਸਮਝਦਾ ਵੀ ਲੋਕਾਂ ਦਾ ਹੱਕ ਬਣਦਾ ਹੈ। ਕਾਰਨ ਪਤਾ ਕੀ ਆ, ਇੱਕ ਆਮ ਬੰਦਾ ਪਾਪ ਕਰਦਾ ਹੈ ਨਾ, ਹੁਣ ਆਮ ਬੰਦੇ ਤੋਂ ਕਿਸੇ ਨੂੰ ਉਮੀਦ ਨਹੀਂ ਹੁੰਦੀ। ਹਮੇਸ਼ਾ ਉਸ ਬੰਦੇ ਤੇ ਗੁੱਸਾ ਚੜੂਗਾ ਜਿਸ ਬੰਦੇ ਤੋਂ ਨਾ ਉਮੀਦਾਂ ਲਾਈਆਂ ਹੋਣ। ਮੰਨ ਲਓ ਜਿਹਦੇ ਤੋਂ ਉਮੀਦ ਹੋਵੇ ਕਿ ਇਸ ਰਸਤੇ ਨੇ, ਇਸ ਚੀਜ਼ ਨੇ ਸਾਨੂੰ ਰਾਹ ਦਿਖਾਉਣਾ ਹੈ, ਪਰ ਜੇ ਉਸੇ ਰਸਤੇ ਤੇ ਸ਼ੋਅ ਕਰਨ ਵਾਲੇ ਵੀ ਅਸੀਂ ਉਸ ਰਸਤੇ ਤੇ ਚੱਲ ਰਹੇ ਹਾਂ ਤੇ ਉਹ ਲੋਕ ਗਲਤੀਆਂ ਕਰਨਗੇ ਨਾ, ਲੋਕਾਂ ਦੀ ਅੰਦਰ ਨੂੰ ਠੇਸ ਪਹੁੰਚਦੀ ਹੈ, ਉਹਨਾਂ ਦਾ ਵਿਸ਼ਵਾਸ ਟੁੱਟਦਾ ਹੈ। ਤੇ ਹਮੇਸ਼ਾ ਉਹੀ ਬੰਦੇ ਸਿਖਰ ਦੀ ਨਫ਼ਰਤ ਕਰਦੇ ਨੇ ਜਿਹੜੇ ਬੰਦੇ ਸਿਖਰ ਦਾ ਭਰੋਸਾ ਵੀ ਕਰਦੇ ਹੋਣ। ਆਮ ਬੰਦੇ ਗਲਤੀਆਂ ਕਰ ਲੈਣ, ਲੋਕਾਂ ਨੂੰ ਪਤਾ ਵੀ ਇਹ ਚੋਰ ਹੈ, ਇਹਦਾ ਕੰਮ ਹੀ ਚੋਰੀ ਕਰਨਾ, ਉਹਦੇ ਤੋਂ ਉਮੀਦ ਤਾਂ ਨਹੀਂ ਸੀ ਨਾ ਲਾਈ।
ਕੋਈ ਪਾਪੀ ਉਹਦਾ ਕੰਮ ਹੀ ਪਾਪ ਕਰਨਾ, ਲੋਕਾਂ ਨੇ ਉਮੀਦ ਤਾਂ ਨਹੀਂ ਸੀ ਨਾ ਲਾਈ, ਪਰ ਹੁਣ ਇੱਕ ਧਰਮੀ ਬੰਦੇ ਤੋਂ ਉਮੀਦ ਲਾਈ ਸੀ। ਆ ਮੈਨੂੰ ਬਚਪਨ ਦੀ ਮੈਨੂੰ ਗੱਲ ਯਾਦ ਆਉਂਦੀ ਹੈ, ਇੱਕ ਮੇਰੇ ਦੋਸਤ ਨੇ ਅੰਮ੍ਰਿਤ ਛਕਿਆ, ਮਾਤਾ ਬੜੀ ਖੁਸ਼ ਹੋਈ ਵੀ ਬੱਚੇ ਨੇ ਅੰਮ੍ਰਿਤ ਛਕ ਲਿਆ, ਤੇ ਉਹ ਸੋਚਦੀ ਵੀ ਚਲੋ ਚੰਗਾ ਹੋਇਆ ਅੰਮ੍ਰਿਤ ਛਕ ਲਿਆ, ਹੁਣ ਕਾਲਜ ਪੜ੍ਹਨ ਜਾਣਾ ਹੈ, ਵੀ ਘੱਟੋ ਘੱਟ ਚਲੋ ਸ਼ਰਾਬ ਦੇ ਨਸ਼ੇ 'ਚ ਤਾਂ ਨਹੀਂ ਨਾ ਲੱਗੂਗਾ, ਗਲਤ ਕ੍ਰਿਤੀਆਂ 'ਚ ਤਾਂ ਨਾ ਲੱਗੂਗਾ। ਮਤਲਬ ਮਾਵਾਂ ਨੂੰ ਇਹ ਭਰੋਸਾ ਏ ਕਿ ਬੱਚਾ ਜੇ ਇਸ ਪਾਸੇ ਚੱਲ ਪਵੇ ਤੇ ਬੁਰੇ ਰਸਤੇ ਤੋਂ ਬਚ ਜਾਵੇਗਾ। ਪਰ ਹੁਣ ਸੋਚਣ ਵਾਲੀ ਗੱਲ ਆ ਵੀ ਜੇ ਕੋਈ ਬੰਦਾ ਇਹੋ ਜਿਹਾ ਪਹਿਰਾਵਾ ਪਾ ਕੇ ਵੀ ਗਲਤ ਕੰਮ ਕਰਨ ਲੱਗ ਜਾਵੇ, ਬਾਣਾ ਪਾ ਕੇ ਵੀ ਸ਼ਰਾਬਾਂ ਪੀਣ ਲੱਗ ਪਵੇ, ਤੇ ਆਮ ਲੋਕਾਂ ਤੇ ਮਾਵਾਂ ਦੇ ਹਿਰਦੇ ਤੇ ਭਰੋਸਾ ਟੁੱਟੇਗਾ ਨਾ। ਵੀ ਮੈਂ ਤਾਂ ਸੋਚਦੀ ਸੀ ਵੀ ਮੇਰਾ ਬੱਚਾ ਇਹ ਕੁਝ ਧਾਰਨ ਕਰਕੇ ਬਚ ਜਾਊਗਾ, ਤੇ ਜੇ ਇਹ ਕੁਝ ਕਰਕੇ ਵੀ ਕੋਈ ਸ਼ਰਾਬਾਂ ਪੀ ਰਿਹਾ ਫਿਰ ਮੈਂ ਬੱਚੇ ਨੂੰ ਕਿਹੜੇ ਰਸਤੇ ਤੇ ਤੋਰਾਂ। ਤਾਂ ਭਰੋਸਾ ਸੀ, ਜਿਹਦੇ ਤੇ ਭਰੋਸਾ ਸੀ, ਫਿਰ ਉਹਦੇ ਤੇ ਜਿਹੜਾ ਸਵਾਲ ਉੱਠਦਾ ਹੈ, ਉਹਦੇ ਤੇ ਗੁੱਸਾ ਉੱਠਦਾ, ਰੋਸ ਵੀ ਉਹਦੇ ਤੋਂ ਹੀ ਕੀਤਾ ਜਾਂਦਾ ਜੀ। ਇਹਦਾ ਮਤਲਬ ਬਾਣਾ ਪਾਈਏ ਜਾਂ ਨਾ ਪਾਈਏ ਇੱਕ ਬਰਾਬਰ? ਦੇਖੋ ਜੀ, ਮੈਂ ਇਹ ਵੀ ਗੱਲ ਨਹੀਂ ਕਹਿ ਰਿਹਾ। ਪਹਿਲੀ ਤਾਂ ਗੱਲ ਇੱਥੋਂ ਮੈਂ ਥੋੜ੍ਹੀ ਜਿਹੀ ਸਪਸ਼ਟ ਕਰਨੀ ਚਾਹਾਂਗਾ ਇਸ ਗੱਲ ਨੂੰ ਸਮਝਣ ਲਈ। ਪਹਿਲਾਂ ਤਾਂ ਗੱਲ ਬਾਣੇ ਦੀ ਚਲੋ ਗੱਲ ਕੀਤੀ ਆ, ਮੈਂ ਜਿਹੜਾ ਕੰਟੈਂਟ ਪੜ੍ਹਿਆ ਸੀ ਨਾ ਜੀ ਗੀਤ ਦਾ, ਉਹਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਸੀ ਵੀ, ਕਿਉਂਕਿ ਮੈਨੂੰ ਕਈਆਂ ਦਾ ਮੈਂ ਕਮੈਂਟ ਵੀ ਪੜ੍ਹੇ, ਉਹਦੇ ਵਿੱਚ ਇਹ ਜ਼ਿਕਰ ਹੋਇਆ ਸੀ ਵੀ ਇੱਥੇ ਬਾਣਿਆਂ, ਮੈਂ ਵੇਖਿਆ ਵੀ ਕਈ ਲੋਕ ਡਿਫੈਂਡ ਕਰ ਰਹੇ ਨੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਪਰਚੇ ਕਰਾਏ, ਵੀ ਇੱਥੇ ਤਾਂ ਬਾਣੇ ਦਾ ਵੀ ਜ਼ਿਕਰ ਹੋਇਆ, ਇੱਥੇ ਗਾਤਰਿਆਂ ਦਾ ਵੀ ਜ਼ਿਕਰ ਹੋਇਆ, ਤੇ ਰਣਜੀਤ ਬਾਵੇ ਨੇ ਗਲਤ ਕਿਹਾ। ਮੈਂ ਫੇਰ ਕਹਾਂ, ਮੈਂ ਉਸ ਬੰਦੇ ਨੂੰ ਡਿਫੈਂਡ ਜਾਂ ਉਹਦੀ ਸਪੋਰਟ ਨਹੀਂ ਕਰ ਰਿਹਾ, ਮੈਨੂੰ ਨਹੀਂ ਪਤਾ ਉਹਦਾ ਜੀਵਨ ਕੈਸਾ, ਮੈਂ ਸਿਰਫ ਵਿਚਾਰਧਾਰਾ ਤੇ ਟਿਕਿਆ। ਦੇਖੋ, ਜਿੱਥੇ ਗੱਲ ਬਾਣੇ ਦੀ ਆਈ ਆ ਨਾ ਜੀ, ਉੱਥੇ ਮੈਂ ਨਹੀਂ ਸੋਚਦਾ ਵੀ ਉਹਨੇ ਸਿਰਫ ਬਾਣੇ ਤੇ ਕਿੰਤੂ ਕੀਤਾ ਹੈ। ਮੈਨੂੰ ਨਹੀਂ ਲੱਗਦਾ ਬਾਣੇ ਤੇ ਕਿੰਤੂ ਹੋਇਆ। ਉਸ ਬੰਦੇ ਨੇ ਸਵਾਲ ਉਹਨਾਂ ਤੇ ਕੀਤਾ ਹੈ ਜਿਨ੍ਹਾਂ ਨੇ ਬਾਣਾ ਪਾ ਲਿਆ ਪਰ ਜੀਵਨ ਬਾਣੇ ਵਰਗਾ ਨਹੀਂ। ਗੁਰੂ ਸਾਹਿਬ ਦੇ ਇਤਿਹਾਸ ਦੇ ਨਾਲ ਸਾਂਝ ਪਾਈਏ ਨਾ, ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਕੌਤਕ ਕੀਤਾ ਸੀ। ਗੁਰੂ ਸਾਹਿਬ ਨੇ ਗਧੇ ਤੇ ਸ਼ੇਰ ਦੀ ਖੱਲ ਪਵਾ ਕੇ ਖੇਤਾਂ 'ਚ ਛੱਡ ਦਿੱਤਾ, ਤੇ ਕੋਈ ਡਰਦਾ ਉਹਦੇ ਨੇੜੇ ਵੀ ਨਹੀਂ ਸੀ ਜਾਂਦਾ, ਉਹਨਾਂ ਨੂੰ ਲੱਗਿਆ ਵੀ ਸ਼ੇਰ ਆ ਗਿਆ। ਪਰ ਜਦੋਂ ਥੋੜ੍ਹੇ ਸਮੇਂ ਬਾਅਦ ਉਹ ਗਧੇ ਨੇ ਆਵਾਜ਼ ਕੀਤੀ ਹਿੰਗਿਆ, ਤੇ ਮਾਲਕ ਨੂੰ ਪਤਾ ਲੱਗ ਗਿਆ, ਖੇਤ ਦੇ ਮਾਲਕ ਨੂੰ, ਵੀ ਇਹ ਤਾਂ ਗਧਾ ਹੀ ਆ, ਖਾਲੀ ਸ਼ੇਰ ਦੀ ਪਾਈ ਆ। ਤੇ ਫਿਰ ਜਿਹੜੀਆਂ ਸੋਟੀਆਂ ਪਈਆਂ ਇਤਿਹਾਸ ਨੇ ਜ਼ਿਕਰ ਕੀਤਾ, ਤੇ ਸਿੱਖਾਂ ਨੇ ਪੁੱਛਿਆ ਮਹਾਰਾਜ ਇਹ ਕੌਤਕ ਕਿਉਂ? ਤੇ ਗੁਰੂ ਸਾਹਿਬ ਕਹਿੰਦੇ ਮੈਂ ਇਹ ਦੱਸਣਾ ਚਾਹੁੰਦਾ ਹੈ, ਕੇਵਲ ਬਾਣਾ ਪਾ ਲੈਣਾ ਕਾਫੀ ਨਹੀਂ, ਇੱਥੇ ਸਮਾਜ ਦੇ ਵਿੱਚ ਕਈ ਲੋਕ ਐਸੇ ਵੀ ਹੋਣਗੇ ਜਿਹੜੇ ਬਾਹਰੋਂ ਧਰਮ ਦੇ ਬਾਣੇ ਪਾ ਲੈਣਗੇ ਪਰ ਅੰਦਰੋਂ ਗਧੇ ਦੇ ਗਧੇ ਰਹਿਣਗੇ। ਜੇ ਗੁਰੂ ਸਾਹਿਬ ਨੇ ਜੀਵਨ ਦੇ ਵਿੱਚ ਇਹ ਕੌਤਕ ਕੀਤਾ ਨਾ, ਇਹਦਾ ਮਤਲਬ ਵੀ ਸਤਿਗੁਰੂ ਜੀ ਵੀ ਇਹ ਸਪਸ਼ਟ ਕਰਦੇ ਨੇ ਵੀ ਹੋ ਸਕਦਾ ਸਮਾਜ ਦੇ ਵਿੱਚ ਐਸੇ ਵੀ ਲੋਕ ਹੋਣ ਜਿਹੜੇ ਅੰਦਰੋਂ ਧਰਮੀ ਨਹੀਂ ਪਰ ਧਰਮ ਦੇ ਬਾਣੇ ਪਾ ਲੈਂਦੇ ਨੇ। ਇਸ ਕਰਕੇ ਉਹਨਾਂ ਤੋਂ ਵੀ ਸੁਚੇਤ ਰਹਿਣਾ ਔਰ ਉਹਨਾਂ ਨੂੰ ਸਹੀ ਰਸਤੇ ਤੋਰਨ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਆ। ਹੁਣ ਜਿਹੜੀ ਤੁਸੀਂ ਗੱਲ ਕੀਤੀ ਕਿ ਬਾਣਾ ਪਾ ਲੈਣਾ ਨਾ ਪੈਣਾ ਫਿਰ ਇੱਕੋ ਬਰਾਬਰ, ਮੈਂ ਇਸ ਗੱਲ ਨਾਲ ਵੀ ਸਹਿਮਤ ਨਹੀਂ ਹਾਂ ਜੀ। ਕਿਉਂਕਿ ਜਦੋਂ ਵੀ ਕਿਸੇ ਗੱਲ ਦਾ ਜਵਾਬ ਦਿੱਤਾ ਜਾਂਦਾ ਹੈ ਨਾ ਜੀ, ਸਾਨੂੰ ਇਹ ਦੇਖਣਾ ਪਵੇਗਾ ਵੀ ਕਿਹਨੂੰ ਪ੍ਰਥਾਏ ਕਰਕੇ ਦਿੱਤਾ ਗਿਆ ਹੈ, ਕਿਹਨੂੰ ਸੰਬੋਧਨ ਕਰਕੇ ਦਿੱਤਾ ਗਿਆ। ਹੁਣ ਜਿਹੜੇ ਤਾਂ ਲੋਕ ਧਰਮ ਦਾ ਪਖੰਡ ਕਰ ਰਹੇ ਨੇ, ਅੰਦਰੋਂ ਗੁਰੂ ਵਾਲੇ ਨਹੀਂ ਪਰ ਬਾਹਰੋਂ ਗੁਰੂ ਦਾ ਬਾਣਾ ਪਾ ਲੈਂਦੇ ਨੇ, ਉਹਨਾਂ ਨੂੰ ਤਾਂ ਆਪਾਂ ਗਧੇ ਤੇ ਸ਼ੇਰ ਦੀ ਖੱਲ ਵਾਲੀ ਸਾਖੀ ਸੁਣਾਉਣੀ ਹੈ ਹੁਣ ਇਹ ਉਹਨਾਂ ਨੂੰ ਸੰਬੋਧਨ ਕਰਕੇ। ਪਰ ਜਿਹੜੇ ਲੋਕ ਇਹ ਗੱਲਾਂ ਕਰਦੇ ਨੇ ਵੀ ਬਾਣਾ ਪਾਉਣ ਦੀ ਜ਼ਰੂਰਤ ਹੀ ਨਹੀਂ, ਕਿਉਂਕਿ ਮੈਂ ਦੇਖਦਾ ਕਈ ਇਹਨਾਂ ਗੱਲਾਂ ਤੋਂ ਨਾ ਆਪਦੇ ਆਪ ਨੂੰ ਜਸਟੀਫਾਈ ਕਰ ਲੈਂਦੇ ਨੇ ਵੀ ਦੇਖੋ ਜੀ ਬਾਣਾ ਪਾ ਕੇ ਤਾਂ ਉਹ ਵੀ ਸ਼ਰਾਬ ਪੀਂਦਾ ਹੈ, ਮੈਂ ਨਾ ਵੀ ਪਾਵਾਂ ਤਾਂ ਕੀ ਫਰਕ ਪੈ ਜਾਊਗਾ। ਕਈ ਇਸ ਚੀਜ਼ ਨੂੰ ਜਸਟੀਫਿਕੇਸ਼ਨ ਲਈ ਵਰਤਣ ਲੱਗ ਪੈਂਦੇ ਨੇ। ਤਾਂ ਉਹਨਾਂ ਨੂੰ ਵੀ ਮੈਂ ਇੱਕ ਇਹ ਜਵਾਬ ਦੇਣਾ ਚਾਹੁੰਦਾ ਹੈ ਕਿ ਹੁਣ ਦੇਖੋ, ਅਸੀਂ ਆਪਣੇ ਬੱਚਿਆਂ ਨੂੰ ਸਕੂਲਾਂ 'ਚ ਪਾਉਂਦੇ ਹਾਂ ਜੀ, ਕੀ ਉਮੀਦਾਂ ਲਾ ਕੇ ਪਾਉਂਦੇ ਹਾਂ? ਕਿਉਂਕਿ ਹੁਣ ਤੁਸੀਂ ਵੈਸੇ ਦੇਖਿਓ ਸਕੂਲ ਦੇ ਵਿੱਚ ਬੜੇ ਬੱਚੇ ਫੇਲ ਵੀ ਹੁੰਦੇ ਨੇ, ਸਾਰੇ ਫਸਟ ਨਹੀਂ ਆਉਂਦੇ, ਸਾਰੇ ਨੌਕਰੀਆਂ ਨਹੀਂ ਲੱਗ ਜਾਂਦੇ, ਬੜੇ ਬੇਰੁਜ਼ਗਾਰ ਵੀ ਤੁਰੇ ਫਿਰਦੇ ਨੇ ਪੜ੍ਹ ਲਿਖ ਕੇ। ਪਰ ਫਿਰ ਵੀ ਅਸੀਂ ਬੱਚੇ ਨੂੰ ਪੜ੍ਹਨੇ ਕਿਉਂ ਪਾਉਂਦੇ ਹਾਂ? ਇਹ ਸੋਚ ਕੇ ਅਸੀਂ ਫੇਲ ਹੋਇਆਂ ਨੂੰ ਯਾਦ ਨਹੀਂ ਕਰਦੇ, ਉਦੋਂ ਅਸੀਂ ਇਹ ਸੋਚ ਕੇ ਬੱਚਿਆਂ ਨੂੰ ਪੜ੍ਹਨੇ ਪਾਉਂਦੇ ਹਾਂ ਵੀ ਪੜ੍ਹ ਲਿਖ ਕੇ ਇੱਕ ਕਲਪਨਾ ਚਾਵਲਾ ਉੱਚੇ ਮਰਤਬੇ ਤੇ ਪਹੁੰਚੀ, ਫਿਰ IAS ਅਫਸਰਾਂ ਦੀ ਗੱਲ ਕਰ ਦਿੰਦੇ ਆ ਵੀ ਜਿਵੇਂ ਉਹ ਪਹੁੰਚਿਆ ਮੇਰਾ ਬੱਚਾ ਵੀ ਪਹੁੰਚੇਗਾ। ਹੁਣ ਜਿੱਥੇ ਦੁਨਿਆਵੀ ਪੜ੍ਹਾਈ ਦੀ ਗੱਲ ਆਈ, ਸਕੂਲੇ ਪਾਉਣ ਦੀ ਗੱਲ ਆਈ, ਉਦੋਂ ਹਮੇਸ਼ਾ ਆਪਾਂ ਫਸਟ ਆਇਆਂ ਦੀ ਗੱਲ ਕਰਦੇ ਹਾਂ, ਫੇਲ ਹੋਇਆਂ ਨੂੰ ਛੱਡ ਦਿੰਦੇ ਹਾਂ। ਤੇ ਜਦੋਂ ਧਰਮ ਦੇ ਸਕੂਲ ਦੀ ਗੱਲ ਆਉਂਦੀ ਆ, ਮੈਂ ਸੋਚਦਾ ਵੀ ਤਰਾਸਦੀ ਆ ਵੀ ਅਸੀਂ ਉਹਨਾਂ ਲੋਕਾਂ ਨੂੰ ਹੀ ਕਿਉਂ ਯਾਦ ਕਰਦੇ ਹਾਂ ਜਿਹੜੇ ਧਰਮ ਦੀ ਕਲਾਸ 'ਚੋਂ ਫੇਲ ਹੋ ਗਏ, ਗੁਰੂ ਗੋਬਿੰਦ ਸਿੰਘ ਜੀ ਦੇ ਸਕੂਲ 'ਚੋਂ ਫੇਲ ਹੋ ਗਏ। ਕੀ ਸਾਨੂੰ ਧਰਮ ਦੇ ਰਸਤੇ 'ਤੇ ਜੋੜਨ ਲਈ ਸਾਨੂੰ ਭਾਈ ਮਣੀ ਸਿੰਘ ਯਾਦ ਨਹੀਂ ਆਉਂਦੇ, ਬੰਦਾ ਸਿੰਘ ਬਹਾਦਰ ਯਾਦ ਨਹੀਂ ਆਉਂਦੇ, ਬਾਬਾ ਇਹ ਹੁਣ ਉਹ ਨੇ ਜਿਹੜੇ ਫਸਟ ਆਏ ਆ। ਸਾਨੂੰ ਉਦੋਂ ਵੀ ਫਸਟ ਆਇਆਂ ਨੂੰ ਯਾਦ ਕਰਕੇ ਇਸ ਰਸਤੇ 'ਤੇ ਚੱਲਣਾ ਪਏਗਾ, ਕਿਉਂਕਿ ਭਾਈ ਨੰਦ ਲਾਲ ਸਿੰਘ ਨੇ ਇਹ ਵੀ ਜ਼ਿਕਰ ਕੀਤਾ ਹੈ ਵੀ ਇਹ 5 ਮੁਆਫ ਵੀ ਨਹੀਂ ਹੋ ਸਕਦੇ। ਮੰਨਿਆ ਪਖੰਡੀ ਨੇ, ਉਹਨਾਂ ਨੂੰ ਸਹੀ ਰਸਤੇ ਪੈਣਾ ਚਾਹੀਦਾ ਹੈ, ਪਰ ਇਹਦਾ ਇਹ ਵੀ ਮਤਲਬ ਨਹੀਂ ਵੀ ਇਹ ਰਸਤਾ ਛੱਡ ਦੇਣਾ ਹੈ, ਕਿਉਂਕਿ ਇਹ 5 ਕਕਾਰ ਮੁਆਫ ਵੀ ਨਹੀਂ ਹੋ ਸਕਦੇ। ਜੇ ਉਹਦੇ ਦਰ 'ਤੇ ਪ੍ਰਵਾਨ ਹੋਣਾ ਹੈ, ਇਹਨਾਂ 5 ਕੱਕਿਆਂ ਨੂੰ ਧਾਰਨ ਕਰਨਾ ਹੀ ਪਵੇਗਾ।
ਤਾਂ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਕਿ ਬਾਣਾ ਪਾਇਆ ਨਾ ਪਾਏ ਇੱਕ ਬਰਾਬਰ ਹੈ। ਸਾਨੂੰ ਗੁਰੂ ਨਾਲ ਜੁੜਨਾ ਚਾਹੀਦਾ ਹੈ, ਪਰ ਨਾਲ ਇਹ ਦ੍ਰਿੜਤਾ ਲਿਆਉਣੀ ਚਾਹੀਦੀ ਆ ਕਿ ਸਾਨੂੰ ਅੰਦਰੋਂ ਉਹਦੇ ਅਮਲ ਵੀ ਕਰਨੇ ਚਾਹੀਦੇ। ਜਿਵੇਂ ਤੁਸੀਂ ਗੱਲ ਕੀਤੀ ਰਣਜੀਤ ਬਾਵੇ ਦੀ, ਆਪਾਂ ਗੱਲਬਾਤ ਕਰ ਰਹੇ ਸੀਗੇ ਜੋ ਉਹਨੇ ਗੀਤ ਗਾਇਆ, ਪਰ ਉਸ ਤੋਂ ਬਾਅਦ ਉਹਦੀਆਂ ਲੱਤਾਂ ਭਾਰ ਵੀ ਨਹੀਂ ਝੱਲੀਆਂ, ਉਹਨ ਮਾਫੀ ਵੀ ਮੰਗ ਗਿਆ। ਦੇਖੋ ਉਹ ਬੰਦੇ ਦੀ ਗੱਲ ਆ, ਇਹ ਤਾਂ ਹੀ ਤਾਂ ਮੈਂ ਕਿਹਾ ਸੀ ਨਾ ਬੰਦੇ ਦਾ ਜ਼ਿਕਰ ਨਹੀਂ ਕੀਤਾ। ਬੰਦਾ ਜੇ ਆਪਦੀ ਸਟੇਟਮੈਂਟ ਬਦਲ ਲੇ, ਮਾਫੀ ਮੰਗ ਲੇ, ਉਹ ਬੰਦਿਆਂ ਦੀ ਗੱਲ ਆ। ਕਈ ਵਾਰੀ ਕੀ ਹੁੰਦਾ ਹੈ, ਸਾਡਾ ਉਹਨਾਂ ਕੱਦ ਨਹੀਂ ਹੁੰਦਾ ਜੀ ਜਿੱਡੀ ਗੱਲ ਕਹਿ ਦਿੰਦੇ ਆ, ਤੇ ਪੈਰ ਤਾਂ ਥਿੜਕਣਗੇ ਹੀ ਨਾ। ਤੇ ਇਸੇ ਕਰਕੇ ਵੀ ਸੱਚ ਦੀ ਗੱਲ ਵੀ ਸੱਚ ਦੇ ਜੀਵਨ ਵਾਲਿਆਂ ਤੋਂ ਹੀ ਸੋਭਦੀ ਆ, ਕਿਉਂਕਿ ਉਹ ਜਿੱਡਾ ਉਹਨਾਂ ਦਾ ਕੱਦ ਹੁੰਦਾ ਹੈ ਨਾ, ਫਿਰ ਓਡੀ ਜੇ ਉਹ ਗੱਲ ਕਰੇ ਤਾਂ ਦੂਰ ਦੂਰ ਤੱਕ ਜਾਂਦੀ, ਅਸਰ ਵੀ ਹੁੰਦਾ ਹੈ, ਤੇ ਉਹ ਝੂਠ ਦੇ ਖਿਲਾਫ ਛਾਤੀ ਤਾਣ ਕੇ ਖੜਦਾ ਵੀ ਆ। ਪਰ ਕਈ ਵਾਰੀ ਕੀ ਹੁੰਦਾ ਹੈ ਵੀ ਜਦੋਂ ਉਹਨਾਂ ਚੀਜ਼ਾਂ ਤੇ ਅਮਲ ਨਾ ਹੋਣ, ਬੰਦੇ ਦਾ ਆਪ ਦਾ ਜੀਵਨ ਉੱਚਾ ਨਾ ਹੋਵੇ, ਤੇ ਫਿਰ ਅੱਗੇ ਜਾ ਕੇ ਆਉਣ ਵਾਲੀਆਂ ਮੁਸ਼ਕਲਾਂ ਕਰਕੇ ਉਹ ਥਿੜਕ ਵੀ ਜਾਂਦਾ ਹੈ ਜੀ। ਜਿਵੇਂ ਤੁਸੀਂ ਗੱਲ ਕੀਤੀ ਕਿ ਰਣਜੀਤ ਬਾਵਾ ਵੱਲੋਂ ਜਿਹੜਾ ਗਾਇਆ ਗੀਤ ਵੀ ਤੁਸੀਂ ਉਹ ਉਹਦੀ ਆ ਮਰਜ਼ੀ ਆ, ਜੇ ਉਹਦੀਆਂ ਲੱਤਾਂ ਭਾਰ ਨਹੀਂ ਚੱਲੀਆਂ ਜਾਂ ਉਹਦੇ ਨਾਲ ਸਹਿਮਤ ਹੋਣਾ ਕਿ ਨਹੀਂ ਸਹਿਮਤ ਹੋਣਾ, ਪਰ ਜਿਹੜੀ ਉਹਦੇ ਵਿਚਾਰ ਸੀਗੇ ਉਹ ਗੁਰੂ ਨਾਨਕ ਪਾਤਸ਼ਾਹ ਦੇ ਵਿਚਾਰਧਾਰਾ ਨਾਲ ਕਿਤੇ ਨਾ ਕਿਤੇ ਮੇਲ ਜੋਲ ਖਾਂਦੇ ਆ, ਉਸ ਗੱਲ ਤੇ ਉਸਨੇ ਪਹਿਰਾ ਦਿੱਤਾ। ਪਰ ਕੀ ਹੁੰਦਾ ਹੈ, ਸੱਚ ਦੀ ਗੱਲ, ਤੁਸੀਂ ਕਿਹਾ ਵੀ ਇਹ ਗੱਲ ਸੱਚੀ ਆ, ਪਰ ਸੱਚ ਦੀ ਗੱਲ ਕਰਨ ਵਾਲੇ ਜਿਹੜੇ ਕਹਿੰਦੇ ਹਮੇਸ਼ਾ ਹੀ ਅਸੀਂ ਸੱਚ ਦੀ ਗੱਲ ਕਰਦੇ, ਉਹਨਾਂ ਦਾ ਇਸ ਚੀਜ਼ ਤੇ ਸਪਸ਼ਟੀਕਰਨ ਨਹੀਂ ਆਇਆ। ਦੇਖੋ ਜੀ, ਮੈਂ ਸਮਝ ਗਿਆ ਵੀ ਤੁਸੀਂ ਕਿਹੜੇ ਐਂਗਲ ਤੇ ਗੱਲ ਕਰ ਰਹੇ ਹੋ। ਇਹਦੇ 'ਚ ਇਹ ਮੈਂ ਸੋਚਦਾ ਵੀ ਸਾਡੇ ਵਾਸਤੇ ਤਰਾਸਦੀ ਦੀ ਗੱਲ ਆ। ਸਾਡੇ ਕਈ ਸੱਜਣ ਐਸੇ ਨੇ ਜਿਹੜੇ ਕਹਿ ਰਹੇ ਨੇ ਵੀ ਅਸੀਂ ਸੱਚ ਦੇ ਪ੍ਰਚਾਰਕ ਆ, ਪਰ ਅਸਲ ਦੇ ਵਿੱਚ ਨਾ ਉਹ ਇੱਕ ਭੁਲੇਖਾ ਹੁੰਦਾ ਜੀ। ਉਹ ਕਹਿ ਦੇਣਾ ਵੀ ਸੱਚ ਦੇ ਪ੍ਰਚਾਰਕ ਆ, ਮੈਂ ਸੱਚ ਦੀ ਗੱਲ ਕਰ। ਦੇਖੋ, ਸੱਚ ਦੀ ਗੱਲ ਕਰਨੀ ਹੋਰ ਆ, ਆਪਣੀ ਅੰਦਰ ਦੀ ਨਫ਼ਰਤ ਕੱਢਣੀ ਹੋਰ ਗੱਲ ਆ। ਇਹੀ ਕਾਰਨ ਆ ਵੀ ਜਿਨ੍ਹਾਂ ਨਾਲ ਐਸੇ ਬੰਦੇ ਨਫ਼ਰਤ ਕਰਦੇ ਨੇ, ਇਹ ਨਹੀਂ ਵੀ ਉਹਨਾਂ 'ਚ ਗਲਤੀਆਂ ਨਹੀਂ ਹੁੰਦੀਆਂ, ਉਹਨਾਂ ਦੀਆਂ ਗਲਤੀਆਂ ਨੂੰ ਤਾਂ ਬੜਾ ਸਟੇਜਾਂ ਤੋਂ ਭੰਡਣਗੇ, ਉੱਚੀ ਉੱਚੀ ਗੱਲਾਂ ਕਰਨਗੇ। ਪਰ ਜੇ ਕਿਸੇ ਦੂਸਰੇ ਤੋਂ ਗਲਤੀ ਹੁੰਦੀ ਆ ਜਾਂ ਕਿਸੇ ਹੋਰਾਂ ਤੋਂ ਗਲਤੀ ਹੁੰਦੀ ਆ, ਜਿਨ੍ਹਾਂ ਨੂੰ ਇਹਨਾਂ ਨਾਲ ਲੈਣਾ ਦੇਣਾ ਨਹੀਂ, ਜਿਨ੍ਹਾਂ ਨਾਲ ਇਹਨਾਂ ਦੀ ਕੋਈ ਦੁਸ਼ਮਣੀ ਨਹੀਂ, ਉਹਨਾਂ ਤੇ ਕੋਈ ਸਪਸ਼ਟੀਕਰਨ ਨਹੀਂ ਆਉਂਦਾ, ਉਹਦਾ ਕਾਰਨ ਮੈਂ ਇਹੀ ਸੋਚਦਾ ਹੈ ਵੀ ਅਸਲ ਦੇ ਵਿੱਚ ਸੱਚ ਦਾ ਪ੍ਰਚਾਰ ਕਰਨ ਨਹੀਂ ਨਿਕਲੇ, ਅਸਲ ਦੇ ਵਿੱਚ ਆਪਣੀ ਨਫ਼ਰਤ ਨੂੰ ਉਜਾਗਰ ਕਰਨ ਨਿਕਲੇ ਨੇ। ਜਿਨ੍ਹਾਂ ਤੇ ਤਾਂ ਨਫ਼ਰਤ ਹੈ, ਉਹਨਾਂ ਦੀਆਂ ਗਲਤੀਆਂ ਤਾਂ ਗਲਤੀਆਂ ਜਾਪਦੀਆਂ ਨੇ, ਜਿਨ੍ਹਾਂ ਨਾਲ ਕੋਈ ਲੈਣਾ ਦੇਣਾ ਨਹੀਂ, ਫਿਰ ਉੱਥੇ ਕੋਈ ਸਪਸ਼ਟੀਕਰਨ ਨਹੀਂ ਆਉਂਦੇ। ਮੈਨੂੰ ਇਹਦਾ ਇਹੀ ਕਾਰਨ ਜਾਪਦਾ ਜੀ। ਉਹ ਤਾਂ ਕਹਿੰਦੇ ਅਸੀਂ ਹਮੇਸ਼ਾ ਸੱਚ ਦੀ ਗੱਲ ਕਰਦੇ, ਪਰ ਅੱਜ ਚੁੱਪ ਕਿਉਂ ਨੇ? ਮੈਂ ਇਹ ਚੀਜ਼ ਦਾ ਸਵਾਲ ਤੁਹਾਡੇ ਤੋਂ ਮੰਗ ਰਿਹਾ ਸੀ ਵੀ ਅੱਜ ਚੁੱਪ ਕਿਉਂ ਨੇ? ਇਸ ਦਾ ਮਤਲਬ ਵੀ ਉਹ ਸਹਿਮਤ ਨਹੀਂ ਗੇ। ਦੇਖੋ ਜੀ, ਇਹ ਸਵਾਲ ਤਾਂ ਉਹਨਾਂ ਤੇ ਬਣਦਾ ਹੈ ਨਾ। ਹੁਣ ਇਹ ਤਾਂ ਗੱਲ ਉਹ ਜਾਣਦੇ ਨੇ ਵੀ ਚੁੱਪ ਕਿਉਂ ਹੈ। ਜਿੱਥੋਂ ਤੱਕ ਮੈਨੂੰ ਸਮਝ ਲੱਗੀ ਆ, ਮੈਂ ਇਹ ਸੋਚਦਾ ਵੀ ਜੇ ਨਹੀਂ ਬੋਲ ਰਹੇ ਤਾਂ ਗਲਤ ਗੱਲ ਆ। ਜੇ ਉਹਨਾਂ ਨੂੰ ਉਹੀ ਲੋਕ ਦੇਖਦੇ ਨੇ ਜਿਨ੍ਹਾਂ ਨਾਲ ਉਹਨਾਂ ਦਾ ਥੋੜਾ ਵੈਰ ਹੈ, ਕਿਉਂਕਿ ਗੱਲ ਸੇਮ ਹੀ ਆ, ਉਹ ਵੀ ਗੱਲ ਕਰਦੇ ਪਖੰਡ ਦੇ ਖਿਲਾਫ, ਤੇ ਜਿਹੜੀ ਇਹ ਗੀਤ ਦੇ ਵਿੱਚ ਵੀ ਆ, ਮੈਂ ਵੀ ਇਹ ਗੱਲ ਮੰਨਦਾ ਕਿ ਉਹ ਪਖੰਡ ਦੇ ਖਿਲਾਫ ਹੀ ਆ। ਨਹੀਂ, ਦੇਖੋ, ਮੈਂ ਜਿਹੜੀ ਗੱਲ ਤੇ ਫੋਕਸ ਕਰਨੀ ਚਾਹ ਰਿਹਾ ਨਾ, ਕਈ ਵਾਰੀ ਬੰਦਾ ਇਹ ਸ਼ੋਅ ਕਰ ਰਿਹਾ ਹੁੰਦਾ ਮੈਂ ਪਖੰਡ ਦੇ ਖਿਲਾਫ ਕਰ ਰਿਹਾ ਗੱਲ, ਪਰ ਅਸਲ ਦੇ ਵਿੱਚ ਹੁਣ ਜੇ ਪਖੰਡ ਦੇ ਖਿਲਾਫ ਗੱਲ ਕਰ ਰਿਹਾ ਨਾ, ਉਹੀ ਗੱਲ ਜਾਇਜ਼ ਆ ਵੀ ਸਭ ਨੂੰ ਇੱਕ ਤੱਕੜੀ ਨਾਲ ਤੋਲੋ। ਵੀ ਪਖੰਡ ਉਹ ਆਪ ਵੀ ਹੋ ਸਕਦਾ ਕਰਦੇ ਹੋਣ, ਆਪ ਵੀ ਇੰਨੇ ਮਹਿੰਗੇ ਕੱਪੜੇ ਪਾ ਕੇ ਆਪਣੇ ਆਪ ਦੀ ਟੌਰ ਦਿਖਾਉਂਦੇ ਹੋਣ, ਆਪ ਵੀ ਡਿਜੀਟਲ ਗੋਲਕਾਂ ਲਾਉਂਦੇ ਹੋਣ, ਮੰਨ ਸਕਦੇ ਆ। ਪਰ ਉਹਨਾਂ ਨੂੰ ਹਮੇਸ਼ਾ ਉਹਨਾਂ ਲੋਕਾਂ ਦੀਆਂ ਗਲਤੀਆਂ ਦੇਖਦੀਆਂ ਜਿਨ੍ਹਾਂ ਨਾਲ ਥੋੜ੍ਹਾ ਬਹੁਤ ਉਹਨਾਂ ਦਾ ਜਾਤੀ ਵੈਰ ਆ। ਇਸ ਕਰਕੇ ਉਹਨਾਂ ਦੇ ਖਿਲਾਫ ਬੋਲਣ ਨੂੰ ਉਹ ਸੱਚ ਦੇ ਬੋਲ ਕਹਿ ਰਹੇ ਆ। ਪਰ ਜਿਹਨੂੰ ਮੈਂ ਇਹ ਗੱਲ ਸਹੀ ਨਹੀਂ ਸਮਝਦਾ, ਸੋ ਇਹ ਸਵਾਲ ਉਹਨਾਂ ਨੂੰ ਬਣਦਾ ਹੈ। ਇਹਨਾਂ ਗੱਲਾਂ ਦੇ ਜਵਾਬ ਉਹਨਾਂ ਤਾਂ ਹੀ ਨੇ ਵੀ ਭਾਈ ਤੁਸੀਂ ਦੱਸੋ, ਅੱਜ ਤੁਸੀਂ ਕਿਉਂ ਚੁੱਪ ਬੈਠੇ ਹੋ? ਅੱਜ ਇੱਥੇ ਤੁਹਾਡੇ ਸਪਸ਼ਟੀਕਰਨ ਕਿਉਂ ਨਹੀਂ ਆਉਂਦੇ ਕਿ ਇੱਥੇ ਤੁਹਾਨੂੰ ਸੱਚ ਦੇ ਬੋਲ ਨਹੀਂ ਦਿਖਦੇ ਪਏ? ਤਾਂ ਇਹ ਗੱਲ ਸਵਾਲ ਮੈਨੂੰ ਲੱਗਦਾ। ਆਪਾਂ ਗੱਲਬਾਤ ਕੀਤੀ ਸੀ ਕਿ ਗੁਰੂ ਨਾਨਕ ਪਾਤਸ਼ਾਹ ਦੇ ਵਿਚਾਰਧਾਰਾ ਨਾਲ ਉਹ ਕਹਿੰਦੇ ਸੀ ਵੀ ਜਾਤਾਂ ਪਾਤਾਂ 'ਚ ਵਿਸ਼ਵਾਸ ਤੱਕ ਨਹੀਂ ਰੱਖਦੇ ਸੀ, ਪਰ ਅੱਜ ਉਸੇ ਬਾਬੇ ਨਾਨਕ ਦੇ ਸਿੱਖ ਆ ਜਿਹੜੇ ਜਾਤਾਂ ਪਾਤਾਂ 'ਚ ਹੀ ਵੰਡੇ ਗਏ। ਦੇਖੋ, ਗੱਲ ਤਾਂ ਤੁਸੀਂ ਬਿਲਕੁਲ ਸਹੀ ਕਹੀ ਆ। ਕਈ ਵਾਰੀ ਦੁੱਖ ਵੀ ਹੁੰਦਾ ਇਹ ਚੀਜ਼ ਵੇਖ ਕੇ ਵੀ ਜਿਹੜੇ ਗੁਰੂ ਨਾਨਕ ਸਾਹਿਬ ਨੇ ਵੰਡ ਵਰਨ ਨੂੰ ਖਤਮ ਕੀਤਾ, ਜਾਤਾਂ ਪਾਤਾਂ ਦੇ ਭਰਮਾਂ ਨੂੰ ਖਤਮ ਕੀਤਾ, ਅੱਜ ਜਿਹੜੇ ਗੁਰੂ ਨਾਨਕ ਦੇ ਪਰਿਵਾਰਾਂ ਘਰ ਜੰਮੇ ਉਹ ਵੀ ਵਰਨ ਵੰਡ ਦੇ ਵਿੱਚ ਪੈ ਗਏ ਨੇ। ਕੋਈ ਆਪਣੇ ਆਪ ਨੂੰ ਜੱਟ ਕਹਿੰਦਾ, ਕੋਈ ਮਿਸਤਰੀ ਕਹਿੰਦਾ, ਕੋਈ ਕਿਸੇ ਨੂੰ ਮਜ਼੍ਹਬੀ ਕਹਿੰਦਾ। ਤੇ ਇੱਥੋਂ ਮੈਨੂੰ ਇੱਕ ਗੱਲ ਸਮਝ ਪੈਂਦੀ ਆ ਵੀ ਇੱਥੋਂ ਇਹ ਗੱਲਾਂ ਸਪਸ਼ਟ ਹੁੰਦੀਆਂ, ਜਿਵੇਂ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਬਚਨ ਕਿਹਾ ਹੈ ਨਾ ਕਿ ਆਪਨ ਬਾਪੈ ਨਾ ਹੀ ਕਿਸੀ ਕੋ ਭਾਵਨ ਕੋ ਹਰ ਰਾਜਾ, ਜਾਂ ਮਹਾਰਾਜ ਨੇ ਕਿਹਾ ਸਿੱਖੀ ਸਿੱਖਿਆ ਗੁਰ ਵਿਚਾਰ। ਸਿੱਖ ਕਦੀ ਉਹ ਨਹੀਂ ਹੁੰਦਾ ਵੀ ਜਿਹੜਾ ਸਿੱਖਾਂ ਦੇ ਘਰ ਜੰਮ ਪਏ। ਤਾਂ ਚਲੋ ਅਸੀਂ ਪਰੰਪਰਾਵਾਂ ਤੇ ਰਸਮਾਂ ਦੇ ਅਨੁਸਾਰ ਸਮਝ ਲੈਂਦੇ ਹਾਂ, ਸਿੱਖਾਂ ਦੇ ਘਰ ਜੰਮਣ ਵਾਲਾ ਸਿੱਖ, ਜਿਵੇਂ ਉਹ ਸਮਝਦੇ ਸੀ ਬ੍ਰਾਹਮਣ ਘਰ ਜੰਮਣ ਵਾਲਾ ਬ੍ਰਾਹਮਣ। ਤੋ ਧਰਮ ਕਦੀ ਵੀ ਇਸ ਤਰ੍ਹਾਂ ਨਹੀਂ ਹੁੰਦਾ ਵੀ ਕਿਸੇ ਧਰਮੀ ਦੇ ਘਰ ਜੰਮਣ ਵਾਲਾ ਵੀ ਧਰਮੀ ਹੋਵੇ। ਜਿਵੇਂ ਮੈਨੂੰ ਮਸਕੀਨ ਸਾਹਿਬ ਦੀ ਇੱਕ ਗੱਲ ਯਾਦ ਆ ਗਈ, ਉਹ ਅਕਸਰ ਕਹਿੰਦੇ ਹੁੰਦੇ ਸੀ, ਮੰਨ ਲਓ ਇੱਕ ਬੰਦਾ ਕੱਲ੍ਹ ਮੁਸਲਮਾਨ ਸੀ, ਅੱਜ ਹਿੰਦੂ ਹੋ ਗਿਆ, ਮੰਨ ਲਓ, ਜਾਂ ਕਹਿ ਲਈ ਵੀ ਕੱਲ੍ਹ ਹਿੰਦੂ ਸੀ, ਅੱਜ ਮੁਸਲਮਾਨ ਹੋ ਗਿਆ। ਕੱਲ੍ਹ ਕੋਈ ਧਰਮ ਹੋਰ ਸੀ, ਅੱਜ ਕੋਈ ਧਰਮ ਹੋਰ ਹੋ ਗਿਆ। ਹੁਣ ਉਹਦਾ ਕੋਈ ਸਰੀਰ ਤਾਂ ਬਦਲਿਆ ਨਹੀਂ ਨਾ, ਨੈਣ ਨਕਸ਼ ਬਦਲੇ ਨਹੀਂ, ਹੱਡੀਆਂ ਬਦਲੀਆਂ ਨਹੀਂ, ਖੂਨ ਤਾਂ ਬਦਲਿਆ ਨਹੀਂ। ਕੀ ਬਦਲਿਆ? ਵਿਚਾਰਧਾਰਾ ਬਦਲ ਗਈ ਹੈ। ਤੋ ਧਰਮ ਦਾ ਸੰਬੰਧ ਸਰੀਰ ਨਾਲ ਨਹੀਂ ਹੈ, ਧਰਮ ਦਾ ਸੰਬੰਧ ਵਿਚਾਰਧਾਰਾ ਨਾਲ ਹੈ।
ਤੋ ਸਿੱਖੀ ਦਾ ਸੰਬੰਧ ਵੀ ਸਿੱਖਿਆ ਦੇ ਨਾਲ ਹੈ, ਗੁਰੂ ਨਾਨਕ ਦੀ ਸਿੱਖਿਆ ਨਾਲ ਹੈ। ਇਹ ਜ਼ਰੂਰੀ ਨਹੀਂ ਕਿ ਗੁਰੂ ਨਾਨਕ ਦੇ ਸਿੱਖਾਂ ਦੇ ਘਰ ਜੰਮਣ ਵਾਲਾ ਸਿੱਖ ਹੀ ਹੋਵੇ। ਜੇ ਉਹ ਸਿੱਖਿਆ ਮੁਤਾਬਕ ਚੱਲ ਹੀ ਨਹੀਂ ਰਿਹਾ ਤੇ ਮਹਾਰਾਜ ਨੇ ਉਹਨੂੰ ਸਿੱਖ ਮੰਨਿਆ ਹੀ ਨਹੀਂ। ਮਹਾਰਾਜ ਕਹਿੰਦੇ ਸਿੱਖੀ ਸਿੱਖਿਆ ਗੁਰ ਵਿਚਾਰ, ਜਿਹੜੇ ਗੁਰੂ ਨਾਨਕ ਦੇ ਸਿੱਖਾਂ ਨੂੰ ਸਿੱਖੀ ਨੂੰ ਫੋਲੋ ਕਰੇਗਾ, ਸਿੱਖ ਤਾਂ ਅਸਲ ਉਹੀ ਹੈ। ਉਹ ਭਾਵੇਂ ਹਿੰਦੂ ਘਰ ਵੀ ਜੰਮਿਆ ਕਿਉਂ ਨਾ ਹੋਵੇ, ਭਾਵੇਂ ਮੁਸਲਮਾਨ ਘਰ ਵੀ ਕਿਉਂ ਨਾ ਜੰਮਿਆ ਹੋਵੇ, ਜੇ ਗੁਰੂ ਨਾਨਕ ਧਾਰਾ ਦੀ ਵਿਚਾਰਧਾਰਾ ਨੂੰ ਫੋਲੋ ਕਰ ਰਿਹਾ ਉਹ ਸਿੱਖ ਹੈ, ਉਹ ਗੁਰੂ ਨਾਨਕ ਦਾ ਸਿੱਖ ਹੈ। ਤੋ ਜਿਹੜੇ ਵਰਨ ਵੰਡ ਦੇ ਵਿੱਚ ਵੰਡੇ ਗਏ ਨੇ, ਅਸਲ ਦੇ ਵਿੱਚ ਆਪਾਂ ਨੂੰ ਸਹੀ ਸ਼ਬਦ ਇਹ ਨਹੀਂ ਕਹਿਣਾ ਚਾਹੀਦਾ ਵੀ ਉਹ ਗੁਰੂ ਨਾਨਕ ਦੇ ਸਿੱਖ ਕਰ ਰਹੇ ਨੇ। ਮੈਂ ਕਹਿੰਦਾ ਵੀ ਇਹਨੂੰ ਸੋਧ ਲਈਏ, ਇਹਨੂੰ ਇੰਜ ਕਹੀਏ ਵੀ ਕਿੰਨੇ ਮੰਦਭਾਗ ਨੇ ਕਿ ਗੁਰੂ ਨਾਨਕ ਦੇ ਸਿੱਖਾਂ ਘਰ ਜਨਮ ਲਿਆ ਪਰ ਸਿੱਖ ਬਣ ਨਹੀਂ ਪਾਏ। ਤਾਂ ਹੀ ਤਾਂ ਵਰਨ ਵੰਡ 'ਚ ਪੈ ਗਏ ਆ, ਤਾਂ ਹੀ ਤਾਂ ਜਾਤਾਂ ਪਾਤਾਂ ਦੇ ਵਿੱਚ ਪੈ ਗਏ ਆ। ਤਾਂ ਉਹਨਾਂ ਨੂੰ ਸਿੱਖ ਨਹੀਂ ਮੰਨਣਾ। ਧਰਮੀ ਵਿਚਾਰਧਾਰਾ ਨਾਲ ਬਣਦਾ ਹੈ, ਧਰਮੀ ਸਰੀਰ ਨਾਲ ਤੇ ਪਰਿਵਾਰਾਂ ਤੇ ਕੁੱਲਾਂ ਨਾਲ ਨਹੀਂ ਬਣਦਾ ਹੁੰਦਾ ਜੀ। ਜੇਕਰ ਗੱਲ ਕਰੀਏ ਆਪਾਂ ਉਸ ਗੀਤ ਤੇ ਹੀ ਆਉਣੇ ਆ, ਉਸ ਗੀਤ ਦੀ ਗੱਲ ਕਰੀਏ। ਜਦੋਂ ਰਣਜੀਤ ਬਾਵਾ ਨੇ ਗੀਤ ਗਾ ਦਿੱਤਾ, ਉਸ ਦੇ ਨਾਲ ਬੜੇ ਜਿਹੜੇ ਇਹੋ ਜਿਹੇ ਕੰਡੇ ਜਿਹੜੇ ਖੜੇ ਹੋ ਗਏ ਆ, ਜਿਹੜੇ ਹੋ ਸਕਦਾ ਔਖੇ ਨਿਕਲਣ, ਕਿਉਂਕਿ ਉਹਨਾਂ ਨੇ ਸੋਚਿਆ ਵੀ ਸ਼ਾਇਦ ਹਿੰਦੂ ਧਰਮ ਨੂੰ ਟਾਰਗੇਟ ਕੀਤਾ ਗਿਆ, ਕਿਉਂਕਿ ਉਹਦੇ ਪਗੜੀ ਇੱਕ ਬੰਨੀ ਹੋਈ ਆ। ਉਸ ਤੋਂ ਪਹਿਲਾਂ ਉਹਨੇ ਜਗਰਾਜ ਸਿੰਘ ਤੂਫਾਨ ਦੇ ਨਾਂ ਦੀ ਇੱਕ ਫਿਲਮ ਵੀ ਬਣਾਈ ਹੋਈ ਆ। ਉਸ ਤੋਂ ਬਾਅਦ ਇੱਕ ਉਹਦਾ ਗੀਤ ਵੀ ਆਉਂਦਾ ਹੈ ਕਿ ਸਰਕਾਰਾਂ ਹੀ ਵਿਕਾਉਂਦੀਆਂ ਨੇ ਚਿੱਟਾ, ਤਾਈਓ ਤੇ ਸ਼ਰੇਆਮ ਵਿਕਦਾ, ਕਿਉਂਕਿ ਉਹ ਇੱਕ ਰੜਕਦਾ ਸੀ ਉਹਨਾਂ ਦੀ ਅੱਖਾਂ ਦੇ ਵਿੱਚ, ਕਿਉਂਕਿ ਇੱਦਾਂ ਦੇ ਪਹਿਲਾਂ ਉਹਨੇ ਜਿਹੜੇ ਕਾਰਨਾਮੇ ਕੀਤੇ ਆ। ਕੁਛ ਮੰਨ ਲੈਂਦੇ ਹੁੰਦਾ ਜਿਹੜਾ ਬੈਕਗਰਾਊਂਡ ਉਹ ਗਲਤ ਵੀ ਹੈਗਾ, ਜਦੋਂ ਕਈ ਅਜਿਹੇ ਗਾਣੇ ਵੀ ਹੈਗੇ ਜੋ ਅਸੀਂ ਪਰਿਵਾਰ ਦੇ ਵਿੱਚ ਬੈਠ ਕੇ ਉਹਦੇ ਨਹੀਂ ਵੀ ਸੁਣ ਸਕਦੇ, ਪਰ ਸਮੇਂ-ਸਮੇਂ ਦੇ ਮੁਤਾਬਕ ਉਹਨੇ ਆਪਦੀ ਸ਼ਾਇਦ ਹੋ ਸਕਦਾ ਕਮਾਈ ਦੀ ਖਾਤਰ ਜੋ ਉਹਦੇ ਚੀਜ਼ ਆਉਂਦੀ ਰਹੀ ਆ, ਉਹਨੂੰ ਪ੍ਰਮੋਸ਼ਨ ਦੀ ਖਾਤਰ, ਆਪਦੀ ਚੜ੍ਹਾਈ ਦੀ ਖਾਤਰ ਉਹ ਸਭ ਕੁਝ ਕਰਦਾ ਰਿਹਾ। ਪਰ ਉਸਨੇ ਮਾਫੀ ਵੀ ਮੰਗ ਲਈ, ਪਰ ਤਲਵਾਰ ਤਾਂ ਜਿਉਂ ਦੀ ਤਿਉਂ ਹੀ ਲਟਕਦੀ ਪਈ ਹੈ ਨਾ ਉਸ 'ਤੇ। ਜੇਕਰ ਉਹ ਮਾਫੀ ਮੰਗ ਗਿਆ ਪਰ ਜਿਹੜੀਆਂ ਧਰਾਵਾਂ ਲੱਗ ਗਈਆਂ, ਪਰਚਾ ਕੱਟਿਆ ਗਿਆ, ਜੋ ਉਹਦੀ ਚਰਚਾ ਚੱਲ ਰਹੀ ਆ ਹਿੰਦੂ ਧਰਮ ਦੇ ਵਿੱਚ, ਸਿੱਖਾਂ ਦੇ ਵਿੱਚ, ਉਸ ਤੋਂ ਤਾਂ ਕਿਵੇਂ ਵੀ ਬਚ ਸਕਦਾ ਸੀ। ਉਹਨੂੰ ਮਾਫੀ ਨਹੀਂ ਮੰਗਣੀ ਚਾਹੀਦੀ ਸੀ, ਤੁਹਾਨੂੰ ਨਹੀਂ ਲੱਗਦਾ? ਦੇਖੋ ਜੀ, ਮੈਂ ਜਿੱਥੇ ਸਪਸ਼ਟ ਗੱਲ ਕਵਾਂ ਕਿ ਠੀਕ ਹੈ ਉਹ ਬੰਦੇ ਨੇ ਮਾਫੀ ਮੰਗ ਲਈ ਆ, ਤੇ ਮੈਂ ਇਹ ਸੋਚਦਾ ਵੀ ਉਹਨਾਂ ਬੰਦਿਆਂ ਨੂੰ ਬੰਦੇ ਨਾਲ ਵੀ ਵੈਰ ਨਹੀਂ ਹੁੰਦਾ। ਮੈਂ ਜਿਹੜੀ ਸ਼ੁਰੂ 'ਚ ਗੱਲ ਕਹੀ ਸੀ ਨਾ, ਵਿਚਾਰਧਾਰਾ ਨਾਲ ਵੈਰ ਆ, ਕਿਉਂਕਿ ਬੰਦੇ ਨੇ ਗੱਲ ਕਹੀ ਤੇ ਮਾਫੀ ਮੰਗ ਲਈ, ਬੰਦੇ ਨਾਲ ਵੈਰ ਹੁੰਦਾ ਤੇ ਹੋ ਜਾਣੀ ਸੀ ਗੱਲ। ਉਹਨਾਂ ਨੂੰ ਅਸਲ ਦੇ ਵਿੱਚ ਵਿਰੋਧ ਵਿਚਾਰਧਾਰਾ ਨਾਲ ਹੈ, ਵੀ ਵਿਚਾਰਧਾਰਾ ਤਾਂ ਫੈਲ ਗਈ ਨਾ, ਉਸ ਵਿਚਾਰਧਾਰਾ ਦੀ ਗੱਲ ਤਾਂ ਕਰ ਦਿੱਤੀ ਗਈ ਨਾ। ਤੋ ਇਸ ਕਰਕੇ ਮੈਂ ਜਿੱਥੋਂ ਤੱਕ, ਹੁਣ ਮੈਨੂੰ ਨਹੀਂ ਪਤਾ ਵੀ ਪ੍ਰਸ਼ਾਸਨ ਅੱਗੇ ਜਾ ਕੇ ਕੀ ਕਰੇਗਾ, ਪਰਚਾ ਰੱਦ ਕਰਦਾ ਜਾਂ ਅੱਗੋਂ ਕਾਰਵਾਈ ਕਰਦਾ, ਉਸ ਬਾਰੇ ਮੈਨੂੰ ਨਹੀਂ ਪਤਾ। ਪਰ ਮੈਂ ਜਿੱਥੋਂ ਤੱਕ ਇਹ ਗੱਲ ਸਮਝਦਾ ਹਾਂ ਵੀ ਜਿਹੜੇ ਮੈਨੂੰ ਪ੍ਰੋਪੇਗੰਡੇ ਅੱਜ ਦੇ ਪ੍ਰਸ਼ਾਸਨ ਦੇ ਮੈਨੂੰ ਸਾਹਮਣੇ ਦਿਖ ਰਹੇ ਆ, ਅਸਲ ਦੇ ਵਿੱਚ ਇਹਨਾਂ ਨੇ ਮਕਸਦ ਬਣਾ ਲਿਆ ਵੀ ਸਿੱਖਾਂ ਨੂੰ ਸਬਕ ਸਿਖਾਉਣਾ, ਜਿਵੇਂ ਸ਼ੁਰੂ ਤੋਂ ਰਿਹਾ, ਮੁਗਲਾਂ ਵੇਲੇ ਵੀ ਰਿਹਾ, ਵੀ ਜਦੋਂ ਕੋਈ ਇਹ ਸੱਚ ਦੀ ਵਿਚਾਰਧਾਰਾ ਲੈ ਕੇ ਚੱਲੇਗਾ ਨਾ, ਉਹਨਾਂ ਨੇ ਕੁਝ ਬੰਦਿਆਂ ਨੂੰ ਫਾਹੇ ਟੰਗਣਾ ਹੁੰਦਾ ਹੈ, ਤੇ ਉਹਨਾਂ ਦੀ ਦੁਸ਼ਮਣੀ ਕੇਵਲ ਉਹਨਾਂ ਬੰਦਿਆਂ ਨਾਲ ਨਹੀਂ ਹੁੰਦੀ, ਅਸਲ ਦੇ ਵਿੱਚ ਉਹਨਾਂ ਨੇ ਪੂਰੀ ਕੌਮ ਨੂੰ ਸਬਕ ਸਿਖਾਉਣਾ ਹੁੰਦਾ ਹੈ। ਉਹਨਾਂ ਦਾ ਯਤਨ ਇਹ ਹੁੰਦਾ ਹੈ ਵੀ ਅਸੀਂ ਕਾਰਵਾਈ ਇਸ ਹੱਦ ਤੱਕ ਕਰ ਦਈਏ ਕਿ ਅੱਜ ਤਾਂ ਚਲੋ ਉਹਨੇ ਮਾਫੀ ਮੰਗ ਲਈ, ਕੱਲ ਨੂੰ ਫੇਰ ਬੋਲ ਕੇ ਮਾਫੀ ਮੰਗ ਲੂਗਾ। ਉਹਨਾਂ ਨੇ ਕਾਰਵਾਈ ਇਸ ਹੱਦ ਤੱਕ ਕਰਨੀ ਹੁੰਦੀ ਆ ਵੀ ਅੱਗੇ ਤੋਂ ਕੋਈ ਇਹੋ ਜਿਹਾ ਗਾਉਣ ਦੀ ਜ਼ਰੂਰਤ ਨਾ ਕਰੇ ਵੀ ਤੁਸੀਂ ਲੱਚਰ ਗਾਉਣਾ ਤਾਂ ਗਾਓ, ਗਲਤ ਗਾਉਣਾ ਗਾਓ, ਪਰ ਆਹ ਸੱਚ ਨਹੀਂ ਗਾਉਣਾ ਤੁਸੀਂ। ਇਹਦੇ ਤੋਂ ਤਾਂ ਪ੍ਰਸ਼ਾਸਨ, ਤੁਸੀਂ ਗੱਲ ਕੀਤੀ ਲੱਚਰਤਾ ਦੀ ਗੱਲ ਕੀਤੀ, ਪਰ ਲੱਚਰਤਾ ਦੇ ਅਜਿਹੇ ਬਹੁਤ ਸਾਰੇ ਗੀਤ ਹੈਗੇ ਨੇ ਜਿਹੜੇ ਅਸੀਂ ਜਿਨ੍ਹਾਂ ਦੇ ਇੱਕ ਬੋਲ ਵੀ ਬੋਲ ਕੇ ਸਾਹਮਣੇ ਨਹੀਂ ਕਰ ਸਕਦੇ ਕਿਸੇ ਦੇ, ਪਰ ਉਸ ਦੇ ਖਿਲਾਫ ਕਦੇ ਕਿਸੇ ਨੇ ਆਵਾਜ਼ ਤੱਕ ਨਹੀਂ ਚੱਕੀ। ਅੱਜ ਜੇਕਰ ਉਹ ਬੋਲਦਾ ਹੈ, ਚਾਹੇ ਉਹ ਗੱਲ ਸੱਚੀ ਆ, ਉਹਨੇ ਪਖੰਡਵਾਦ ਦੇ ਖਿਲਾਫ ਬੋਲਿਆ, ਪਰ ਅੱਜ ਉਹ ਕੌੜੀ ਲੱਗੀ ਸਾਰਿਆਂ ਨੂੰ। ਬੜੇ ਉਹਨਾਂ ਦੇ ਆਪਣੇ ਸਿੱਖ ਧਰਮ ਨਾਲ ਰਿਲੇਟਡ ਵੀ ਹੈਗੇ ਜਿਹੜੇ ਥੱਲੇ ਕਮੈਂਟ ਕਰੀ ਜਾਣਗੇ ਗਾਣਿਆਂ ਥੱਲੇ ਵੀ ਇਹਨੇ ਬਹੁਤ ਗਲਤ ਕੀਤਾ, ਧਾਰਮਿਕ ਭਾਵਨਾ ਨੂੰ ਠੇਸ ਪਹੁੰਚੀ। ਦੇਖੋ ਜੀ, ਇਹਦਾ ਆਲਰੇਡੀ ਮੈਂ ਜ਼ਿਕਰ ਕਰ ਚੁੱਕਾ ਹੈ। ਵੈਸੇ ਮੈਂ ਤਾਂ ਇਹ ਸੋਚਦਾ ਵੀ ਜਿਹੜਾ ਸਹੀ ਧਰਮੀ ਹੋਵੇਗਾ ਨਾ, ਉਹ ਸਹੀ ਤੇ ਗਲਤ ਦਾ ਨਿਰਣਾ ਕਰਨਾ ਜਾਣਦਾ ਹੈ। ਉਹਨੂੰ ਇਹ ਪਤਾ ਹੈ ਵੀ ਸਾਂਝ ਕਰੀਜੈ ਗੁਨਾਹ ਕੇਰੀ, ਛੋੜ ਅਵਗਣ ਚੱਲੀ ਹੈ। ਪਰ ਕਈ ਵਾਰੀ ਪਤਾ ਕੀ ਹੁੰਦਾ ਵੀ ਬੰਦੇ ਉਹੋ ਜਿਹੇ ਆਪ ਹੁੰਦੇ ਨੇ, ਆਪ ਉਹਨਾਂ ਦਾ ਉਹੋ ਜਿਹਾ ਜੀਵਨ ਨਹੀਂ ਹੁੰਦਾ, ਲੁੱਕ ਕੇ ਪਾਪ ਕਰਦੇ ਹੁੰਦੇ ਨੇ, ਬਾਹਰੋਂ ਉਹੋ ਜਿਹੇ ਪਹਿਰਾਵੇ ਪਾਏ ਹੁੰਦੇ ਨੇ, ਤੇ ਸੱਟ ਉਹਨਾਂ ਦੀ ਈਗੋ ਨੂੰ ਲੱਗ ਜਾਂਦੀ ਆ, ਜਿਹਨੂੰ ਉਹ ਇਸ ਤਰ੍ਹਾਂ ਪੇਸ਼ ਕਰ ਦਿੰਦੇ ਨੇ ਵੀ ਸਾਡੀ ਭਾਵਨਾ ਨੂੰ ਸੱਟ ਵੱਜੀ ਆ। ਦੂਸਰੀ ਗੱਲ ਰਹੀ ਗੱਲ ਜੇ ਇਹੋ ਜਿਹੇ ਪ੍ਰੋਪੇਗੰਡੇ ਦੀ, ਦੇਖੋ ਜਿੱਥੋਂ ਤੱਕ ਮੈਂ ਸਮਝਦਾ ਵੀ ਇਸ ਸਰਕਾਰ ਦੀ ਗੱਲ ਕਰੀਏ, ਹੁਣ ਇਸ ਚੀਜ਼ ਦਾ ਨਿਰਣਾ ਵੀ ਉਹ ਕਰੇਗਾ ਨਾ ਜਿਹੋ ਜਿਹਾ ਉਹਦਾ ਆਪਦਾ ਜੀਵਨ ਹੋਏਗਾ। ਅਕਬਰ ਦੀ ਗੱਲ ਕੀਤੀ ਸੀ ਨਾ ਆਪਾਂ ਪਿੱਛੋਂ ਇਤਿਹਾਸ ਦੇ ਵਿੱਚ, ਹੁਣ ਅਕਬਰ ਨੇ ਸੱਚ ਤੇ ਗਲਤ ਦਾ ਨਿਰਣਾ ਇਸ ਕਰਕੇ ਕੀਤਾ ਕਿਉਂਕਿ ਅਕਬਰ ਗੁਰੂ ਸਾਹਿਬ ਤੋਂ ਪ੍ਰਭਾਵਿਤ ਹੋ ਚੁੱਕਾ ਸੀ। ਔਰ ਜਦੋਂ ਕੋਈ ਸੱਚ ਤੋਂ ਪ੍ਰਭਾਵਿਤ ਹੋ ਜੇ ਨਾ, ਉਹ ਸੱਚ ਤੇ ਝੂਠ ਦੇ ਵਿੱਚ ਨਿਰਣਾ ਕਰ ਲੈਂਦਾ ਹੈ। ਪਰ ਸਾਡੀ ਤਰਾਸਦੀ ਇਹ ਆ ਵੀ ਅੱਜ ਜਿਨ੍ਹਾਂ ਦੇ ਸਿਰ ਅਗਵਾਈ ਆ, ਅੱਜ ਜਿਹੜੇ ਇਸ ਦੇਸ਼ ਨੂੰ ਲੀਡ ਕਰ ਰਹੇ ਨੇ, ਉਹ ਸੱਚ ਤੋਂ ਪ੍ਰਭਾਵਿਤ ਨਹੀਂ ਹੋ ਰਹੇ, ਉਹ ਝੂਠ ਤੋਂ ਪ੍ਰਭਾਵਿਤ ਨੇ। ਇਹੀ ਤਾਂ ਕਾਰਨ ਹੈ ਕਿ ਉਹਨਾਂ ਨੂੰ ਸਿਰਫ ਬਿਜ਼ਨਸ ਦਿਖਦਾ ਹੈ, ਔਰ ਉਹ ਬਿਜ਼ਨਸ ਕਰਨ ਲਈ ਭਾਵੇਂ ਉਹਨਾਂ ਨੂੰ ਨਸ਼ੇ ਵੀ ਕਿਉਂ ਨਾ ਫੈਲਾਉਣੇ ਪੈਣ, ਤਾਂ ਉਹ ਝੂਠ ਤੋਂ ਪ੍ਰਭਾਵਿਤ ਨੇ। ਸੱਚ ਤੋਂ ਪ੍ਰਭਾਵਿਤ ਹੋਣ ਤਾਂ ਉਹ ਸਹੀ ਤੇ ਗਲਤ ਦਾ ਨਿਰਣਾ ਵੀ ਕਰ ਲੈਣਗੇ, ਇਨਸਾਫ ਵੀ ਕਰ ਲੈਣਗੇ ਜੀ। ਇਹ ਸਨ ਹਰਜੋਤ ਸਿੰਘ ਖਾਲਸਾ, ਜਿਨ੍ਹਾਂ ਨੇ
ਰਣਜੀਤ ਸਿੰਘ ਬਾਵਾ ਦਾ ਜੋ ਗੀਤ ਆਉਂਦਾ ਹੈ ਉਸ ਤੋਂ ਬਾਅਦ ਕਈ ਵਿਵਾਦ ਜਿਹੜੇ ਉਹ ਖੜੇ ਹੋ ਜਾਂਦੇ ਨੇ। ਮੰਨ ਲੈਂਦੇ ਆ ਰਣਜੀਤ ਸਿੰਘ ਬਾਵਾ ਨੇ ਉਸ ਗੀਤ ਤੋਂ ਬਾਅਦ ਇੱਕ ਮਾਫੀ ਵੀ ਮੰਗ ਲਈ ਆ, ਪਰ ਤਲਵਾਰ ਜਿਉਂ ਦੀ ਤਿਉਂ ਉਸੇ ਤਰ੍ਹਾਂ ਹੀ ਉਸ ਦੇ ਸਿਰ ਤੇ ਲਟਕ ਰਹੀ ਆ, ਕਿਉਂਕਿ ਜਿਹੜੀ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਉਹ ਗੱਲ ਕਰਦੇ ਨੇ। ਉਹਨਾਂ ਨੇ ਪਰਚਾ ਕਟਾਉਣ ਦੀ ਗੱਲ ਕੀਤੀ। ਇੱਕ ਅਖਬਾਰ ਦੇ ਵਿੱਚ ਅੱਜ ਖਬਰ ਵੀ ਛਪੀ ਹੈ ਕਿ ਉਸ 'ਤੇ ਕੁਝ ਧਾਰਾਵਾਂ ਲੱਗ ਕੇ ਪਰਚਾ ਵੀ ਕੱਟਿਆ ਗਿਆ। ਪਰ ਕੀ ਹੁੰਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ। ਰਣਜੀਤ ਬਾਵੇ ਦੀਆਂ ਲੱਤਾਂ ਭਾਵੇਂ ਇਸ ਚੀਜ਼ ਨੂੰ ਗਾ ਕੇ ਭਾਰ ਨਹੀਂ ਝੱਲੀਆਂ, ਪਰ ਕੁਝ ਸਿੱਖ ਜਥੇਬੰਦੀਆਂ ਵੱਲੋਂ, ਕੁਝ ਸੱਚੀ ਵਿਚਾਰਧਾਰਾ ਨੂੰ ਪਿਆਰ ਕਰਨ ਵਾਲੇ ਅੱਜ ਵੀ ਸਟੈਂਡ ਰਣਜੀਤ ਬਾਵਾ ਦੇ ਗੀਤ 'ਤੇ ਬਣਾਈ ਬੈਠੇ ਨੇ। ਉਹ ਕਹਿੰਦੇ ਉਹ ਪਖੰਡਵਾਦ ਦੇ ਖਿਲਾਫ ਬੋਲਿਆ ਹੈ, ਪਖੰਡਵਾਦ ਦੀ ਗੱਲ ਹੋਈ ਹੈ, ਚਾਹੇ ਸਿੱਖ ਧਰਮ 'ਚ ਹੋਵੇ, ਚਾਹੇ ਹਿੰਦੂ ਧਰਮ 'ਚ ਹੋਵੇ, ਚਾਹੇ ਕਿਸੇ ਵੀ ਧਰਮ ਦੇ ਵਿੱਚ ਹੋਵੇ। ਉਸ ਵਿਚਾਰਧਾਰਾ ਨਾਲ ਅਸੀਂ ਸਹਿਮਤ ਹਾਂ। ਰਣਜੀਤ ਬਾਵਾ ਦੇ ਅਸੀਂ ਕਿਸੇ ਵੀ ਗੀਤ ਜਾਂ ਕਿਸੇ ਵੀ ਹੋਰ ਲਫ਼ਜ਼ ਜਾਂ ਉਸਦੇ ਜੀਵਨ ਕਾਲ ਨਾਲ ਅਸੀਂ ਕਿਸੇ ਤਰ੍ਹਾਂ ਨਾਲ ਸੰਬੰਧਿਤ ਨਹੀਂ ਗੇ ਜਾਂ ਸਹਿਮਤ ਨਹੀਂ ਗੇ ਉਹਦਾ ਜੀਵਨ ਦੇ ਵਿੱਚ ਉਸਦੇ ਕੀ ਚੱਲ ਰਿਹਾ। ਪਰ ਜੋ ਉਸ ਵੱਲੋਂ ਗਾਏ ਗਏ 4 ਸ਼ਬਦ ਜਿਹੜੇ ਉਹਨੇ ਗੀਤ ਦੇ ਰਾਹੀਂ ਉਚਾਰਨ ਕੀਤੇ ਨੇ ਉਸ ਨਾਲ ਉਹ ਸਹਿਮਤ ਨੇ। ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਕੌਣ ਰਣਜੀਤ ਬਾਵਾ ਦੇ ਹੱਕ ਵਿੱਚ ਖੜਦਾ ਹੈ, ਕੌਣ ਉਹ ਹਿੰਦੂ ਜਥੇਬੰਦੀਆਂ ਦੇ ਹੱਕ ਵਿੱਚ ਖੜਦਾ ਜੋ ਉਸ 'ਤੇ ਪਰਚਾ ਕਟਾਉਣ ਦੀ ਗੱਲ ਕਰਦੀਆਂ। ਪਰ ਦੱਸਣਯੋਗ ਇਹ ਵੀ ਗੱਲ ਹੈਗੀ ਹੈ ਕਿ ਜੋ ਰਣਜੀਤ ਬਾਵਾ 'ਤੇ ਪਰਚਾ ਕਟਾਉਣ ਦੀ ਗੱਲ ਕਰਨ ਵਾਲਾ ਵਕੀਲ ਸੀ ਉਸ ਵੱਲੋਂ ਕੁਝ ਅਜਿਹੇ ਸ਼ਬਦ ਡਾਕਟਰਾਂ ਦੇ ਖਿਲਾਫ ਬੋਲੇ ਗਏ ਸਨ। ਨਿਹਾਲ ਸਿੰਘ ਵਾਲੇ ਦਾ ਇੱਕ ਡਾਕਟਰ ਨੇ ਵੀ ਉਸ 'ਤੇ ਪਰਚੇ ਦੀ ਮੰਗ ਕੀਤੀ ਹੈ ਕਿ ਅੱਜ ਇਸ ਵਾਇਰਸ ਦੇ ਵਿੱਚ ਜੇਕਰ ਦੁੱਖ ਦੀ ਘੜੀ ਦੇ ਵਿੱਚ ਆਪਦੇ ਪਰਿਵਾਰ ਨੂੰ ਨਹੀਂ ਤੱਕ ਮਿਲ ਰਿਹਾ, ਇੱਕ ਪੁਲਿਸ ਆ ਅਤੇ ਇੱਕ ਹੈਗੇ ਆ ਡਾਕਟਰ ਜਿਹੜੇ ਉਹਨਾਂ ਮਰੀਜ਼ਾਂ ਨੂੰ ਸਾਂਭ ਕਰ ਰਹੇ ਨੇ, ਅਤੇ ਉਹਨੇ ਉਸ ਡਾਕਟਰਾਂ ਬਾਰੇ ਕੁਛ ਸ਼ਬਦ ਬੋਲੇ ਗਏ ਸਨ। ਪਰ ਉਹਦੇ 'ਤੇ ਵੀ ਇੱਕ ਜਿਹੜੀ ਵਕੀਲ 'ਤੇ ਵੀ ਤਲਵਾਰ ਜਿਉਂ ਦੀ ਤਿਉਂ ਲਟਕਣ ਲੱਗ ਪਈ ਆ। ਹੋ ਸਕਦਾ ਉਸ 'ਤੇ ਵੀ ਪਰਚਾ ਕੱਟਿਆ ਜਾਵੇ। ਉਮੀਦ ਕਰਦੇ ਹਾਂ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।